स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और सरदार इंद्रप्रीत सिंह जी, दोनों ਨੂੰ जी आए। बहुत बहुत शुक्रिया रंधावा जी। थैंक यू जी, थैंक यू रंधावा साहब। ਅੱਜ ਜਦੋਂ ਹਿਮਾਚਲ ਪ੍ਰਦੇਸ਼ ਨੇ ਪਹਿਲ ਕਰਤੀ ਤਾਂ ਅਸੀਂ ਉਡੀਕਦੇ ਰਹਿ ਗਏ। ਜਸਟਿਸ ਕੁਲਦੀਪ ਸਿੰਘ ਦੀ ਉਹ ਰਿਪੋਰਟ ਯਾਦ ਆਉਂਦੀ ਹੈ ਜਿਹੜੀ ਸਿਆਸਤ ਦਾ ਖਾਜਾ ਬਣੀ, ਪਰ ਕਿਸੇ ਨੇ ਵੀ ਉਹਦੇ ਉੱਤੇ ਨਿੱਠ ਕੇ ਕਾਰਵਾਈ ਨਹੀਂ ਕੀਤੀ। ਚੰਡੀਗੜ੍ਹ ਦੇ ਆਸ-ਪਾਸ ਰਸੂਖਦਾਰਾਂ ਨੇ, ਧਨਾਡਾ ਨੇ, ਸਿਆਸਤਦਾਨਾਂ ਨੇ, ਬਿਊਰੋਕਰੇਟਸ ਨੇ ਕਿਸ ਤਰੀਕੇ ਨਾਲ ਪ੍ਰਾਪਰਟੀ ਬਣਾਈ ਉਹਦੇ ਸੰਬੰਧੀ ਇੱਕ ਜਸਟ ਕੈਪਸੂਲ ਮਾਤਰ ਬਣਾ ਕੇ ਜਸਟਿਸ ਕੁਲਦੀਪ ਸਿੰਘ ਨੇ ਪੇਸ਼ ਕੀਤਾ ਸੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇੱਕ ਵਾਰੀ ਫਿਰ ਡੀਜੀਪੀ ਸਾਬਕਾ ਚੰਦਰਸ਼ੇਖਰ ਔਰ ਜਸਟਿਸ ਐਸ ਸਾਰੋ ਨੇ ਉੱਤੇ ਰਿਪੋਰਟ ਪੇਸ਼ ਕੀਤੀ ਸੀ, ਕੱਖ ਨਹੀਂ ਬਣਿਆ। ਮੌਜੂਦਾ ਸਰਕਾਰ ਨੇ ਥੋੜੀ ਦੇਰ ਫੋਟੋਆਂ ਖਿਚਵਾਈਆਂ ਉਹਨਾਂ ਏਰੀਆਜ਼ ਦੇ ਵਿੱਚ, ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਜਸਟ ਐਕਟੀਵਿਟੀ ਕੀਤੀ, ਇਸ ਤੋਂ ਗੱਲ ਅੱਗੇ ਨਹੀਂ ਵਧੀ। ਹੁਣ ਜਦੋਂ ਹਿਮਾਚਲ ਪ੍ਰਦੇਸ਼ ਆਪਣੇ ਬਿਊਰੋਕਰੇਟਸ ਲਈ, ਆਪਣੇ ਨੌਕਰੀ ਕਰਨ ਵਾਲਿਆਂ ਲਈ 2 ਸਾਲ ਦੀ ਪਾਬੰਦੀ ਲਾ ਦਿੰਦਾ ਜਿੱਥੇ ਉਹਨਾਂ ਦੀ ਪੋਸਟਿੰਗ ਹੋਵੇ, ਤਾਂ ਅਸੀਂ ਅੱਜ ਵੀ ਦੇਖਦੇ ਹਾਂ ਕਿ ਚੰਡੀਗੜ੍ਹ ਦੇ ਆਸ-ਪਾਸ ਉਸਰ ਆਇਆ ਕੰਕਰੀਟ ਦਾ ਜੰਗਲ ਕਿਵੇਂ ਉਸਰਿਆ। ਕਿਉਂ ਨਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਕਾਇਮ ਕਰਤਾ ਜਾਵੇ ਜਿਹਦੇ ਵਿੱਚ ਇਮਾਨਦਾਰ ਲੋਕਾਂ ਨੂੰ ਸ਼ਾਮਲ ਕਰਤਾ ਜਾਵੇ ਕਿ ਪਿਛਲੇ 25 ਸਾਲਾਂ ਦੇ ਵਿੱਚ ਇੱਥੇ ਕਿੰਨੀ ਇਨਵੈਸਟਮੈਂਟ ਹੋਈ, ਛੱਡ ਦਿਓ ਕਿੰਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ, ਛੱਡ ਦਿਓ ਕਿ ਕਿੱਥੇ ਕਰਪਸ਼ਨ ਹੋ ਰਹੀ, ਇਹ ਦੇਖੋ ਪੈਸਾ ਇਨਵੈਸਟ ਕਿੱਥੇ ਹੋਇਆ। ਘੱਟੋ ਘੱਟ ਇਹ ਤਾਂ ਪਤਾ ਲੱਗ ਜੇ ਕਿ ਚੰਡੀਗੜ੍ਹ ਦੇ ਆਸ-ਪਾਸ ਇੰਨੀ ਅਮੀਰੀ, ਸਾਡੇ ਪੰਜਾਬ ਦੀ ਹਰ ਕਾਰਨਰ ਦੇ ਵਿੱਚ ਕਰਜ਼ਾ, ਇਹ ਸਵਾਲ ਖੜਾ ਹੋਣਾ ਬਣਦਾ ਹੈ। ਲੇਕਿਨ ਕਿਹਨੇ ਕਰਨਾ ਹੈ? ਕਿਉਂਕਿ ਸਾਰੇ ਅੱਜ ਵੀ ਉਹੀ ਨੇ ਜਿਹੜੇ ਸੱਤਾ 'ਚ ਨੇ। ਜਸਟ ਸਿਆਸਤਦਾਨਾਂ ਦੇ ਚਿਹਰੇ ਬਦਲਿਆ, ਹੋਰ ਕੋਈ ਫਰਕ ਨਹੀਂ ਪੈਂਦਾ। ਮੈਂ ਦੂਜੀ ਗੱਲ ਤੇ ਜਾਊਂਗਾ। ਇਹੀ ਮਾਮਲਾ ਧਰਮਸੋਤ ਦੇ ਮਾਮਲੇ 'ਚ ਨੰਗਾ ਹੁੰਦਾ ਹੈ, ਇਹੀ ਮਾਮਲਾ PSIEC ਦੇ ਮਾਮਲੇ 'ਚ ਹੁੰਦਾ ਹੈ, ਤੇ ਇਹੀ ਹੋਰ ਜਿੱਥੇ ਵੀ ਕਿਤੇ, ਭਾਵੇਂ ਉਹ ਗਰੀਸ਼ ਵਰਮਾ ਦਾ ਸਵਾਲ ਹੋਵੇ, ਆਸ਼ੀਸ਼ ਕਪੂਰ ਦਾ ਸਵਾਲ ਹੋਵੇ, ਕਿੱਥੇ ਜਾ ਕੇ ਨੌਕ ਕਰਨਾ ਪੈਂਦਾ। ਚੰਡੀਗੜ੍ਹ ਦੇ ਆਸ-ਪਾਸ, ਮੋਹਾਲੀ, ਨਿਊ ਚੰਡੀਗੜ੍ਹ, ਕਿੱਥੇ ਜਾਓਗੇ? ਦੂਜਾ ਸਵਾਲ ਬਹੁਤ ਅਹਿਮ ਆ। ਸਬਸਿਡੀ ਨੇ ਬੇਹੋਸ਼ ਕਰਤੀ ਆ PSPCL, ਹੋਸ਼ੋ ਹਵਾਸ਼ ਗਵਾ ਚੁੱਕੀ ਇਹ ਆਰਗੇਨਾਈਜੇਸ਼ਨ, ਇਹ ਇੰਸਟੀਟਿਊਸ਼ਨ ਇਸ ਵੇਲੇ ਸਿਰਫ ਤੇ ਸਿਰਫ ਕਿਸਾਨਾਂ ਕਰਕੇ ਨਹੀਂ, ਆਮ ਗ੍ਰਾਹਕਾਂ ਕਰਕੇ ਨਹੀਂ, ਖਪਤਕਾਰਾਂ ਕਰਕੇ ਨਹੀਂ। ਇੱਥੇ ਵੱਡਿਆਂ ਨੂੰ, ਜੱਜਾਂ ਤੋਂ ਲੈ ਕੇ ਵੱਡੇ ਅਫਸਰਾਂ ਨੂੰ ਜਿਨ੍ਹਾਂ ਦੀ ਕਮਾਈ ਕਈ ਜ਼ੀਰੋਆਂ 'ਚ ਹੈ, ਉਹਨਾਂ ਲੋਕਾਂ ਦੇ ਵੀ ਕਿੰਨੀ ਸਬਸਿਡੀ ਆ। 3000 ਕਰੋੜ ਦਾ ਸਿਰਫ 300 ਯੂਨਿਟ ਮਾਫ ਕਰਨ ਨਾਲ ਅੱਗੇ ਵੱਧ ਗਿਆ। ਇਹਦੇ ਉੱਤੇ ਇੰਦਰਪ੍ਰੀਤ ਜੀ ਤੁਹਾਨੂੰ ਸੂਚਨਾ ਦੇਣਗੇ ਸਾਰੀ, ਔਰ ਨਾਲ ਦੀ ਨਾਲ ਭਾਸਕਰ ਸਾਹਿਬ ਟਿੱਪਣੀ ਜ਼ਰੂਰ ਕਰਨਗੇ। ਇਹਦੇ ਨਾਲ ਹੀ ਸ਼੍ਰੋਮਣੀ ਕਮੇਟੀ ਸੌਦਾ ਸਾਧ ਦੀ ਪੈਰੋਲ ਦੇ ਖਿਲਾਫ ਚਲੇ ਜਾਂਦੀ ਹੈ। ਸੁਖਬੀਰ ਸਿੰਘ ਬਾਦਲ ਦੀਆਂ ਬੱਸਾਂ ਨੂੰ ਰਾਹਤ ਮਿਲ ਜਾਂਦੀ ਹੈ। ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਜਾਣ ਤੇ ਲਾਈ ਰੋਕ ਐਵੇਂ ਮਹਿਜ ਕਾਗਜ਼ੀ ਕਾਰਵਾਈ ਸਾਬਤ ਹੁੰਦੀ ਆ। ਕਿਉਂ ਸਰਕਾਰ ਕਾਲੀ ਚ ਇਹੋ ਜਿਹੇ ਕਦਮ ਲੈਂਦੀ ਆ ਜਦੋਂ ਉਹਨਾਂ ਦੇ ਪਿੱਛੇ ਖੜੇ ਹੋਣਾ ਔਖਾ ਹੁੰਦਾ? ਇਹ ਸਾਰੀਆਂ ਗੱਲਾਂ ਤੇ ਕਰਦੇ ਆ। ਲੇਕਿਨ ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਹਿਮਾਚਲ ਪਹਿਲ ਕਰਦਾ, ਪੰਜਾਬ ਤੇ ਕੰਨ ਖੜੇ ਹੁੰਦੇ ਆ। ਸਾਡੇ ਇੱਥੇ ਜਿੰਨੀਆਂ ਜਾਂਚਾਂ ਹੋਈਆਂ ਸਾਰੀਆਂ ਮਿੱਟੀ ਘੱਟੇ ਰੁਲ ਗਈਆਂ। ਮੈਨੂੰ ਦੱਸਿਓ ਜ਼ਰਾ ਇਹਦੇ ਅਸਰ ਕੀ ਹੋਣ ਵਾਲੇ ਆ। ਜਸਟਿਸ ਕੁਲਦੀਪ ਸਿੰਘ ਦਾ ਜ਼ਿਕਰ ਛੇੜਿਓ ਚੰਦਰਸ਼ੇਖਰ ਡੀਜੀਪੀ ਦਾ, ਔਰ ਇਹਨਾਂ ਦੇ ਨਾਲ ਜਸਟਿਸ ਐਸ ਸਾਰੋਂ ਦਾ, ਤੇ ਇਨੀ ਦਿਨੀ PSIEC ਦਾ, ਤੇ ਧਰਮਸੋਤ ਦੀਆਂ ਜਾਇਦਾਦਾਂ ਦਾ ਕਲੱਬ ਕਰਦੇ ਆ। ਸਾਰੇ ਕਿਸ ਅੱਗੇ ਤੁਰਦੇ ਆ। ਰੰਧਾਵਾ ਸਾਹਿਬ, ਜਿਹੜਾ ਤੁਸੀਂ ਇੱਕ ਸ਼ੁਰੂਆਤ ਹੀ ਜਿਹੜੀ ਗੱਲ ਕੀਤੀ ਸੀਗੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਣਨਾ ਚਾਹੀਦਾ ਜੋ ਇਹ ਸਾਰੀ ਜਿਹਦੇ ਵਿੱਚ ਬਹੁਤ ਇਮਾਨਦਾਰ ਲੋਕ ਹੋਣ ਤੇ ਉਹ ਸਾਰੀ ਘੋਖ ਕਰੇ। ਮੈਂ ਕਹਿ ਰਿਹਾ ਕਿ ਇਹਦੀ ਲੋੜ ਹੀ ਨਹੀਂ ਹੈ। ਪਹਿਲਾਂ ਤੋਂ ਹੀ ਕਮਿਸ਼ਨ ਆਲਰੇਡੀ ਕਾਇਮ ਹੋਏ ਨੇ, ਬਾਈ ਨੇਮ ਉਹਨਾਂ ਨੇ ਆਪਣੀਆਂ ਰਿਪੋਰਟਾਂ ਦਿੱਤੀਆਂ ਹੋਈਆਂ ਨੇ। ਸਵਾਲ ਤਾਂ ਕਾਰਵਾਈ ਕਰਨ ਦਾ। ਉਹਨਾਂ ਦੇ ਉੱਤੇ ਕਾਰਵਾਈ ਕੀ ਕੀਤੀ ਹੈ ਹਜੇ ਤੱਕ? 38 ਪਿੰਡਾਂ ਦੀ, ਜਿਹੜੀ ਮੋਹਾਲੀ ਦੇ ਆਸ-ਪਾਸ ਦੇ 38 ਪਿੰਡਾਂ ਦੀ ਸੇਲ ਡੀਡਸ ਚੈੱਕ ਹੋਈਆਂ ਉਹਨਾਂ ਦਿਨਾਂ 'ਚ, ਜਸਟਿਸ ਕੁਲਦੀਪ ਸਿੰਘ ਉਹਨਾਂ ਨੇ ਕੀਤੀਆਂ ਜਿਹੜੀਆਂ। ਔਰ ਉਹਨਾਂ ਨੇ ਕਿਹਾ 25,000 ਏਕੜ ਜ਼ਮੀਨ ਦੇ ਉੱਤੇ ਬਿਊਰੋਕਰੈਟਸ, ਵੱਡੇ ਪੋਲੀਟੀਸ਼ੀਅਨ, ਪੁਲਿਸ ਦੇ ਅਫਸਰ ਸਾਰੇ ਮਤਲਬ ਕਾਇਮ ਨੇ। ਹੁਣ ਤੁਸੀਂ ਦੇਖੋ, ਜਿਹੜੇ ਲੋਕ ਕਾਇਮ ਨੇ, ਅਸੀਂ ਉਹਨਾਂ ਤੋਂ ਹੀ ਤਵੱਕੋ ਕਰ ਰਹੇ ਹਾਂ ਕਿ ਉਹ ਇੱਕ ਦੂਜੇ ਦੇ ਖਿਲਾਫ ਕਾਰਵਾਈ ਕਰਨਗੇ। ਮੈਨੂੰ ਲੱਗਦਾ ਹੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਹੋਣ ਜਾ ਰਿਹਾ। ਚਾਹੇ ਕਮਿਸ਼ਨ ਤੁਸੀਂ 2 ਜਾਂ 4 ਹੋਰ ਬਿਠਾ ਲਓ, ਉਹ ਸਾਨੂੰ ਇਹ ਤਾਂ ਦੱਸ ਦੇਣਗੇ ਕਿ ਕਿਹਦੇ ਕੋਲੇ ਕੀ ਕੁਝ ਹੈ, ਪਰ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਇਹ ਕਦੇ ਨਹੀਂ ਹੋਊਗਾ। ਕਿਉਂਕਿ ਦੇਖੋ 2008 ਦੇ ਵਿੱਚ ਮੈਨੂੰ ਯਾਦ ਹੈ ਹਾਈ ਕੋਰਟ ਨੇ ਜਸਟਿਸ ਕੁਲਦੀਪ ਸਿੰਘ ਦਾ ਟ੍ਰਿਬਿਊਨਲ ਗਠਿਤ ਕੀਤਾ ਸੀਗਾ। ਹਾਲਾਂਕਿ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ ਨੇ ਇਸ ਤੇ ਇਤਰਾਜ਼ ਵੀ ਕੀਤਾ ਸੀ, ਪਰ ਫਿਰ ਵੀ ਕਿਉਂਕਿ ਔਰ ਉਹ ਸੁਪਰੀਮ ਕੋਰਟ ਵੀ ਗਏ ਸੀ, ਉਹਨਾਂ ਨੂੰ ਕੋਈ ਰਾਹਤ ਨਹੀਂ ਸੀ ਮਿਲੀ। ਤੇ ਜਸਟਿਸ ਕੁਲਦੀਪ ਸਿੰਘ ਜਿਹੜੇ ਮੰਨੇ ਹੋਏ ਸੁਪਰੀਮ ਕੋਰਟ ਦੇ ਜੱਜ ਸੀ, ਉਹਨਾਂ ਨੇ ਬਹੁਤ ਮਿਹਨਤ ਨਾਲ ਇਹ ਸਾਰਾ ਜਿਹੜਾ ਹੈਗਾ, ਜਿੰਨੀਆਂ ਸੇਲ ਡੀਡਸ ਹੋਈਆਂ ਨੇ ਸ਼ਾਮਲਾਟ ਜ਼ਮੀਨਾਂ ਦੇ ਉੱਤੇ, ਪੰਚਾਇਤੀ ਲੈਂਡ ਦੇ ਉੱਤੇ ਕੌਣ ਕਿਸ ਤਰ੍ਹਾਂ ਕਬਜ਼ੇ ਕੀਤੇ ਹੋਏ ਨੇ, ਪੈਰੀਫੇਰੀ ਐਕਟ ਦੇ ਕਿਵੇਂ ਉਲੰਘਣ ਕੀਤੇ ਹੋਏ ਨੇ, ਉਹ ਸਾਰਾ ਤੱਥ ਲੋਕ ਆਪਣੀ ਰਿਪੋਰਟ ਦੇ ਵਿੱਚ ਲਿਆ ਕੇ 2012 ਚ ਆਪਣੀ ਰਿਪੋਰਟ ਦਿੱਤੀ ਸੀ। ਪਰ ਅੱਜ ਤੱਕ ਉਸ ਰਿਪੋਰਟ ਦੇ ਵਿੱਚ ਸਿਰਫ
ਜਦੋਂ ਵੀ ਕੋਈ ਨਵੀਂ ਗਵਰਨਮੈਂਟ ਆਉਂਦੀ ਹੈ ਉਹ ਇਹ ਅਨਾਉਂਸ ਜ਼ਰੂਰ ਕਰਦੀ ਹੈ ਕਿ ਹਾਂ ਅਸੀਂ ਇਸ ਤੇ ਕਾਰਵਾਈ ਕਰਾਂਗੇ। ਚਾਹੇ ਉਹਦੇ ਆਪਣੇ ਪਿਛਲੀ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਨਵਜੋਤ ਸਿੱਧੂ ਹੋਰਾਂ ਦੀ ਅਗਵਾਈ 'ਚ ਇੱਕ ਕਮੇਟੀ ਗਠਿਤ ਕੀਤੀ ਸੀ, ਕੈਬਨਿਟ ਸਬ ਕਮੇਟੀ, ਜਿਸ 'ਚ ਰੂਰਲ ਡਿਵੈਲਪਮੈਂਟ ਮਿਨਿਸਟਰ ਵੀ ਸੀਗੇ, ਹੋਰ ਸੁਖ ਸਰਕਾਰੀਆ ਸਾਹਿਬ ਵੀ ਸੀਗੇ, ਸੁਖੀ ਰੰਧਾਵਾ ਸਾਹਿਬ ਹੋਣੀ ਵੀ ਸੀਗੇ, ਸਾਰੇ ਸੀ, ਲੇਕਿਨ ਕੁਝ ਵੀ ਨਹੀਂ ਹੋਇਆ। ਹੁਣ ਇਸ ਗਵਰਨਮੈਂਟ ਨੇ ਵੀ ਸੇਮ ਹੀ ਕੰਮ ਕੀਤਾ। ਕੁਲਦੀਪ ਸਿੰਘ ਧਾਲੀਵਾਲ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਜੀ ਸਾਰੀਆਂ ਸ਼ਾਮਲੇਟਾਂ ਇਹ ਖਾਲੀ ਕਰਾਈਆਂ ਜਾਣਗੀਆਂ। 51,000 ਏਕੜ ਜ਼ਮੀਨ ਹੈਗੀ ਹੈ ਜਿਹੜੀ ਮਤਲਬ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਤੇ ਲੋਕ ਛੋੜ ਨਹੀਂ ਰਹੇ। ਉਹਨਾਂ ਨੇ ਵੀ ਇਨੀਸ਼ੀਏਟ ਸ਼ੁਰੂ ਕੀਤਾ, ਪਰ ਹੌਲੀ ਹੌਲੀ ਤੁਸੀਂ ਦੇਖੋ ਠੱਪ ਹੀ ਹੋ ਗਿਆ। ਅੱਜ ਕੱਲ ਕੋਈ ਗੱਲ ਨਹੀਂ ਹੋ ਰਹੀ ਇਸ ਦੇ ਉੱਤੇ। ਇੱਕ ਵਾਰੀ ਮੈਨੂੰ ਯਾਦ ਹੈ ਆਪਣੇ ਜਿਹੜੇ ਹੁਣ ਤਾਂ ਡੈਥ ਹੋ ਗਈ ਹੈ ਉਹਨਾਂ ਦੀ, ਮਾਝੇ ਦੇ ਜਰਨੈਲ ਕਹੇ ਜਾਂਦੇ ਸੀਗੇ ਰਣਜੀਤ ਸਿੰਘ ਬ੍ਰਹਮਪੁਰਾ, ਉਹ ਵੀ ਮਿਨਿਸਟਰ ਰਹੇ ਨੇ। ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਇਸ ਚੰਡੀਗੜ੍ਹ ਦੀ ਆਸ-ਪਾਸ ਜਿੰਨੀ ਵੀ ਲੈਂਡ ਤੇ ਕਬਜ਼ੇ ਹੋਏ ਨੇ ਅਸੀਂ ਸਾਰੇ ਛੁਡਾਵਾਂਗੇ। ਪਰ ਜਿਹਨੂੰ ਹਿੰਦੀ 'ਚ ਇੱਕ ਕਹਾਵਤ ਹੈ ਢਾਕ ਕੇ तीन पात, ਉਹੀ ਸਥਿਤੀ ਰਹਿ ਜਾਂਦੀ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੇ ਕਾਰਵਾਈ ਕਰਨੀ ਹੈ ਉਹ ਖੁਦ ਹੀ ਇਹੀ ਲੋਕ ਨੇ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਨੇ। ਇਸ ਕਰਕੇ ਜਿਹੜੀ ਤੁਸੀਂ ਮੰਗ ਕੀਤੀ ਸੀਗੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਇੱਕ ਕਮਿਸ਼ਨ ਕਾਇਮ ਕੀਤਾ ਜਾਏ, ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਫਾਇਦਾ ਹੋਊਗਾ। ਫਾਇਦਾ ਹੋਏਗਾ ਕਿ ਜੇ ਤੁਸੀਂ ਇਹ ਮੰਗ ਕਰੋ ਕਿ ਹੁਣ ਜਿਹੜੀ ਰਿਪੋਰਟਾਂ ਉਹਨਾਂ ਨੇ ਦੇਤੀਆਂ ਉਸ ਦੇ ਖਿਲਾਫ ਕਾਰਵਾਈ ਕਰਨ ਲਈ ਕੋਈ ਕਮਿਸ਼ਨ ਕਾਇਮ ਕੀਤਾ ਜਾਏ ਇਸ ਤਰ੍ਹਾਂ ਦੇ ਲੋਕਾਂ ਦਾ, ਫਿਰ ਤਾਂ ਸ਼ਾਇਦ ਕੋਈ ਉਮੀਦ ਹੈ, ਲੇਕਿਨ ਅਦਰਵਾਈਜ਼ ਮੈਨੂੰ ਲੱਗਦਾ ਕਿ ਇਸ ਦੀ ਕੋਈ ਉਮੀਦ ਹੈ ਨਹੀਂ ਹੈ। ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ, ਪਰ ਮੇਰਾ ਸਵਾਲ ਕੁਝ ਹੋਰ ਹੈ। ਜਸਟਿਸ ਕੁਲਦੀਪ ਸਿੰਘ 2012 ਦੇ ਵਿੱਚ ਇਹ ਜਾਂਚ ਸ਼ੁਰੂ ਕਰਦੇ ਆ, 2012 ਦੇ ਆਸ-ਪਾਸ ਦੀਆਂ ਸਾਰੀਆਂ ਘਟਨਾਵਾਂ ਨੇ, ਲੇਕਿਨ ਅੱਜ ਦੇ 2023 ਦੇ ਸ਼ੁਰੂਆਤ ਦੇ ਵਿੱਚ ਤੁਸੀਂ ਦੇਖੋ ਚੰਡੀਗੜ੍ਹ ਦੇ ਪੂਰੇ ਆਲੇ ਦੁਆਲੇ ਦੇ ਵਿੱਚ 10 ਸਾਲਾਂ ਦੇ ਵਿੱਚ ਕੀ ਕੁਝ ਵਾਪਰਿਆ, ਔਰ ਇੰਨੇ ਸਮਰੱਥ ਬਿਲਡਰ ਔਰ ਇੰਨੇ ਸਮਰੱਥ ਜਿਹੜੇ ਰੀਅਲ ਐਸਟੇਟ ਦੇ ਕਾਰੋਬਾਰੀ ਕਿਵੇਂ ਹੋ ਗਏ? ਕੀ ਸੱਚਮੁੱਚ ਬੈਂਕਾਂ ਨੇ ਇੰਨਾ ਜ਼ਿਆਦਾ ਸਪੋਰਟ ਕੀਤਾ? ਔਰ ਤੁਸੀਂ ਕਿਲੋਮੀਟਰਾਂ ਦੇ ਦਾਇਰੇ 'ਚ ਟਰੈਵਲ ਕਰਕੇ ਦੇਖ ਲਓ, ਤੁਸੀਂ ਪੂਰੇ ਇੱਕ ਦਿਨ ਦੇ ਵਿੱਚ ਪੂਰਾ ਏਰੀਆ ਛਾਣ ਨਹੀਂ ਸਕਦੇ। ਔਰ ਇੱਕ ਫਲੈਟ 1.5 ਕਰੋੜ ਦਾ, 1 ਕਰੋੜ ਦਾ, ਔਰ ਇੱਕ ਪਲਾਟ 2-2 ਕਰੋੜ ਰੁਪਏ ਦਾ, ਔਰ ਪ੍ਰਾਪਰਟੀ ਇਦਾਂ ਜਿੱਦਾਂ ਹੱਥੋਂ ਹੱਥ। ਮੈਨੂੰ ਲੱਗਦਾ ਹੈ ਕਿ ਇਹਨਾਂ ਸੰਬੰਧੀ ਜਿਹੜੇ ਜੈਨੂਅਨ ਲੋਕ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਪਰ ਇਨਵੈਸਟਮੈਂਟ ਜਿਹੜੀ ਹੋਈ ਆ ਕੀ ਉਹ ਪੰਜਾਬ ਨੂੰ ਲੁੱਟ ਕੇ ਹੋਈ ਆ? ਉਹ ਪੈਸਾ ਕਿਹੜਾ ਲੱਗਿਆ? ਉਹ 2 ਨੰਬਰ ਦਾ ਪੈਸਾ ਲੱਗਿਆ, 1 ਨੰਬਰ ਦਾ ਪੈਸਾ ਲੱਗਿਆ, ਕਿੱਥੋਂ ਲੱਗਿਆ? ਬੇਨਾਮੀ ਨੇ ਕੀ ਆ? ਕਿਹਨਾਂ ਦੀਆਂ ਹਿੱਸੇਦਾਰੀਆਂ ਕਲੋਨੀ ਕੱਟਣ ਦੇ ਵਿੱਚ? ਕਲੋਨੀ ਕੱਟੀ ਮਗਰੋਂ ਜਾਂਦੀ ਆ, ਵਿਕ ਪਹਿਲਾਂ ਜਾਂਦੀ ਆ। ਕੌਣ ਲੋਕ ਨੇ ਜਿਹੜੇ ਇਕੱਠੇ ਹੋ ਕੇ ਕੰਮ ਕਰ ਰਹੇ ਆ? ਮੇਰਾ ਮਤਲਬ ਸੀ ਕਿ ਪਿਛਲੇ 20 ਸਾਲਾਂ ਦੇ ਵਿੱਚ ਜੋ ਕੁਝ ਵਾਪਰਿਆ, 10 ਸਾਲਾਂ 'ਚ ਜੋ ਕੁਝ ਵਾਪਰਿਆ, ਉਹਦੀ ਇੱਕ ਵਾਰੀ ਜਾਂਚ ਹੋਵੇ ਤਾਂ ਕਿ ਘੱਟੋ ਘੱਟ ਪਤਾ ਲੱਗੇ ਕਿ ਜਦੋਂ ਪੰਜਾਬ ਦੇ ਪਿੰਡ ਸੁੰਗੜ ਗਏ, ਬਹੁਤੇ ਪੰਜਾਬ ਦੇ ਸ਼ਹਿਰ ਜਿਹੜੇ ਆ ਉਹਨਾਂ ਨੂੰ ਇਨਵੈਸਟਮੈਂਟ ਦੇ ਨਜ਼ਰੀਏ ਤੋਂ ਖੋਰਾ ਲੱਗ ਗਿਆ, ਲੇਕਿਨ ਇਹ ਏਰੀਆ ਜਿਹੜਾ ਇੰਨਾ ਪ੍ਰਫੁੱਲਤ ਹੋਇਆ। ਅਸੀਂ ਵਿਕਾਸ ਦੇ ਖਿਲਾਫ ਨਹੀਂ, ਅਸੀਂ ਇਸ ਇਨਵੈਸਟਮੈਂਟ ਦੇ ਖਿਲਾਫ ਨਹੀਂ, ਪਰ ਕੀ ਇਹ ਇਨਵੈਸਟਮੈਂਟ ਸਾਡੀਆਂ ਸੰਸਥਾਵਾਂ ਨੂੰ ਢਾਹ ਲਾ ਕੇ ਸਿਸਟਮ ਨੂੰ ਕੁਚਲ ਕੇ ਤਾਂ ਨਹੀਂ ਹੋਇਆ? ਭਾਸਕਰ ਸਾਹਿਬ, ਜਦੋਂ ਅਸੀਂ ਧਰਮ ਸੋਧ ਦੀ ਗੱਲ ਦੇਖਦੇ ਹਾਂ, ਅੱਜ ਇੱਕ ਅੰਕੜਾ ਆ ਰਿਹਾ ਸੀ ਚੰਡੀਗੜ੍ਹ, ਨਿਊ ਚੰਡੀਗੜ੍ਹ, ਮੋਹਾਲੀ, ਕਿੰਨੇ ਥਾਵਾਂ ਤੇ ਇਨਵੈਸਟਮੈਂਟ ਦੀ ਗੱਲ ਹੋ ਰਹੀ ਹੈ। ਗਰੀਸ਼ ਵਰਮਾ ਜਿਹੜੇ ਕਿ ਇੱਕ ਈਓ ਸੀ, ਉਹਨਾਂ ਨਾਲ, ਕਿਉਂਕਿ ਜਿਹੜੇ ਕੇਸ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹਨਾਂ ਚੋਂ ਨਿਕਲਦੀਆਂ ਕਨਸੋਆਂ ਤੇ ਹੀ ਜਾਓਗੇ ਨਾ, ਕਿੱਥੇ ਜਾਓਗੇ ਹੋਰ? ਸੋ ਮੈਨੂੰ ਜ਼ਰੂਰ ਇਸ ਗੱਲ ਨਾਲ ਸਾਡੀ ਸਾਂਝ ਪਾ ਦਿਓ। ਅਸੀਂ ਜਾਣਾ ਬੰਦੀ ਸਿੱਖਾਂ ਦੇ ਮਾਮਲੇ 'ਚ ਵੀ, ਕੀ ਚੰਡੀਗੜ੍ਹ ਵਰਗੀ ਜਗ੍ਹਾ, ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਗਈ ਇਹ ਸ਼ਹਿਰ, ਸਿਟੀ ਬਿਊਟੀਫੁਲ, ਕੀ ਉਹਦੇ ਵਿੱਚ ਪੰਜਾਬੀਆਂ ਦਾ ਪੈਰ ਧਰਨਾ ਵੀ ਕਰਾ? ਕੀ ਚੰਡੀਗੜ੍ਹ ਦੇ ਵਿੱਚ ਹੋਈਆਂ FIRs ਉਹਨਾਂ ਦੇ ਯੂਰਿਡਿਕਸ਼ਨ 'ਚ ਆਉਂਦੀਆਂ ਸੀ? ਕੀ ਇਹ ਜਿਹੜੇ ਟਕਰਾਅ ਹੋਏ ਆ ਇਹ ਚੰਡੀਗੜ੍ਹ 'ਚ ਹੋਇਆ? ਇਹ ਵੀ ਸਵਾਲ ਆ। ਅੱਜ ਇਹ ਸਵਾਲ ਆ ਕਿ ਪੰਜਾਬੀਆਂ ਨੂੰ ਚੰਡੀਗੜ੍ਹ 'ਚ ਰੋਸ ਕਰਨ ਲਈ ਜਾਣ ਦਾ ਵੀ ਇਜਾਜ਼ਤ ਨਹੀਂ ਹੈ। ਅਸੀਂ ਕਿਸੇ ਦੀ ਸਪੋਰਟ ਨਹੀਂ ਕਰ ਰਹੇ, ਜਿਹੜਾ ਵੀ ਹਿੰਸਾ ਕਰਦਾ ਸੀ ਉਹਦੇ ਖਿਲਾਫ ਹੈ, ਪਰ ਤੁਹਾਨੂੰ ਤੁਹਾਡੇ ਸੰਵਿਧਾਨਕ ਹੱਕਾਂ ਤੋਂ ਵਿਰਵੇ ਕੀਤਾ ਜਾਵੇ ਔਰ ਤੁਹਾਡੀ ਆਵਾਜ਼ ਬੰਦ ਹੋ ਜੇ, ਇਹ ਵੀ ਚੰਗਾ ਨਹੀਂ ਹੁੰਦਾ। ਭਾਸਕਰ ਸਾਹਿਬ, ਧਰਮਸੋਤ ਤੋਂ ਲੈ ਕੇ ਗਰੀਸ਼ ਵਰਮਾ, ਆਸ਼ੀਸ਼ ਕਪੂਰ ਮਾਮਲੇ ਇੰਨੇ ਜ਼ਿਆਦਾ ਅਫਸਰਸ਼ਾਹੀ 'ਚ ਰੌਲੇ ਨੇ, PSIC ਮਾਮਲੇ, ਤੇ ਉਧਰਲੇ ਬੰਨੇ ਹਿਮਾਚਲ ਕਹਿੰਦਾ ਜੇ ਕਿਸੇ ਨੇ 2 ਸਾਲ ਪੋਸਟਿੰਗ ਵਾਲੀ ਜਗ੍ਹਾ ਤੇ ਜਗ੍ਹਾ ਖਰੀਦੀ ਤਾਂ ਅਸੀਂ ਉਹਦੀ ਜਾਂਚ ਕਰਾਂਗੇ, ਔਰ ਪਾਬੰਦੀ ਲਾਤੀ ਗਈ। ਪਿਛਲੇ ਦਿਨਾਂ ਦੇ ਵਿੱਚ ਰੰਧਾਵਾ ਜੀ, ਵਿਜੀਲੈਂਸ ਬਿਊਰੋ ਨੇ ਬਹੁਤ ਸਾਰੇ ਪੂਰਵ MLA, ਕਈ ਲੀਡਰ, ਕਈ ਅਫਸਰ ਨੂੰ ਡਿਸਪ੍ਰੋਪੋਰਸ਼ਨੇਟ ਆਫ ਅਸੈਟ ਦੇ ਕੇਸ ਦੇ ਵਿੱਚ ਨਾਮਜ਼ਦ ਕੀਤਾ, ਔਰ ਉਹ तमाम ਜ਼ਮੀਨਾਂ ਦਾ ਜ਼ਿਕਰ ਹੋਇਆ ਜਿਹੜੀ ਚੰਡੀਗੜ੍ਹ ਦੇ ਆਸ-ਪਾਸ ਨੇ।
ਯਾਦ ਕਰੋ ਮਈ ਦਾ ਮਹੀਨਾ ਜਦ 16 ਮਾਰਚ ਨੂੰ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਮਈ ਦੇ ਪਹਿਲੇ ਹਫਤੇ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਸ਼ਾਮਲਾਟ ਜ਼ਮੀਨਾਂ ਦੇ ਉੱਤੇ ਕਬਜ਼ੇ ਲੈਣ ਦੀ ਗੱਲ ਕਰਦੇ ਨੇ। ਔਰ ਉਸ ਤੋਂ ਪਹਿਲੇ 7 ਅਪ੍ਰੈਲ ਨੂੰ ਸੁਪਰੀਮ ਕੋਰਟ ਦਾ ਉਹ ਆਰਡਰ ਜਿਹੜਾ ਸਟੇਟਾਂ ਨੂੰ ਇਹ ਹੱਕ ਦਿੰਦਾ ਹੈ ਕਿ ਉਹ ਸ਼ਾਮਲਾਟ ਜ਼ਮੀਨ ਭਾਵੇਂ ਕਿਸੇ ਦੇ ਵੀ ਕਬਜ਼ੇ ਦੇ ਵਿੱਚ ਹੈਗੀ ਹੈ ਉਹਨੂੰ ਖਾਲੀ ਕਰਾ ਸਕਦੇ ਨੇ, ਔਰ ਕੋਈ ਵੀ ਡੀਲ ਪਹਿਲੇ ਕੋਈ ਹੈਗੀ ਹੈ ਉਹ ਨਲ ਐਂਡ ਵਾਈਡ ਡਿਕਲੇਅਰ ਹੋਏਗੀ। ਸ਼ਿਵਾਲਿਕ ਦੇ ਪੈਰਾਂ ਦੀ ਜ਼ਮੀਨ, ਯਾਨੀ ਜਿਹੜੇ ਭਗਵੰਤ ਮਾਨ ਉਹਨਾਂ ਵੀ ਕਈ ਵਾਰ ਕਹਿੰਦੇ ਸੀਗੇ ਕਿ ਸ਼ਿਵਾਲਿਕ ਦੇ ਪੈਰਾਂ ਦੇ ਵਿੱਚ ਹੈਗੇ ਆ ਜਿਹੜੇ ਪੈਸੇ ਲੱਗੇ ਆ ਸਾਰੇ, ਔਰ ਉਹ ਗਏ ਵੀ ਸੀ ਇੱਕ ਵਾਰ 2828 ਏਕੜ ਕਲੇਮ ਵੀ ਕੀਤਾ ਸੀਗਾ ਕਿ ਉਹ ਕਬਜ਼ਾ ਸ਼ਾਮਲਾਟ ਜ਼ਮੀਨਾਂ ਦਾ ਵਾਪਸ ਲੈ ਲਿਆ। ਉਹਦੇ ਉੱਤੇ ਕੋਰਟਾਂ ਦੇ ਵਿੱਚ ਕੇਸ-ਕੂਸ ਵੀ ਚੱਲੇ। ਫਿਰ 3603 ਏਕੜ ਦੀ ਗੱਲ ਆਈ, ਉਹ 3603 ਏਕੜ ਅੱਜ ਤੱਕ ਉੱਥੇ ਹੀ ਖੜੇ ਨੇ। ਜੂਨ ਦੇ ਮਹੀਨੇ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਚਰਚੇ ਪਰਚੇ ਖਰਚੇ ਦੀ ਗੱਲ ਕੀਤੀ ਸੀ ਕਿ ਜੇ ਆਪ ਤੁਸੀਂ ਇਹ ਸਰੈਂਡਰ ਨਹੀਂ ਕਰਦੇ ਫਿਰ ਚਰਚੇ ਵੀ ਹੋਣਗੇ, ਪਰਚੇ ਵੀ ਹੋਣਗੇ ਔਰ ਖਰਚੇ ਵੀ ਹੋਣਗੇ। ਔਰ ਇੱਕ ਡੇਟ ਵੀ ਦਿੱਤੀ ਗਈ ਸੀ ਜੂਨ 30 ਦੀ, ਜੂਨ 3 ਤੱਕ ਅਗਰ ਤੁਸੀਂ ਖੁਦ ਵੋਲੰਟਰੀਲੀ ਡਿਕਲੇਅਰ ਕਰ ਦਿੰਦੇ ਹੋ ਤਾਂ ਸਾਨੂੰ ਕੋਈ ਆਪੱਤੀ ਨਹੀਂ। ਪਰ ਅੱਜ ਤੱਕ ਇੱਕ ਵੀ ਧਨਾੜ ਨੇ ਉਹਨਾਂ ਜ਼ਮੀਨਾਂ ਦਾ ਨਾ ਤੇ ਰਿਕਾਰਡ ਦਿੱਤਾ। ਰਿਕਾਰਡ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੇ ਵਿੱਚ ਹੈ ਔਰ ਇਹ ਸਾਡੇ ਕੋਲ ਵੀ ਮੌਜੂਦ ਹੈ ਕਿ ਕੌਣ ਧਨਾੜ ਨੇ ਜਿਨ੍ਹਾਂ ਦੀ ਜ਼ਮੀਨਾਂ ਉੱਤੇ ਹੈਗੀਆਂ, ਪਰ ਉਸ ਮੁੱਦੇ ਦੇ ਉੱਤੇ ਸਰਕਾਰ ਕਦੀ ਵੀ ਅੱਗੇ ਵਧਦੀ ਨਹੀਂ ਨਜ਼ਰ ਆਈ। ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਕਿ ਹੁਣ ਧਰਮਸੋਤ ਉਹਨਾਂ ਦੇ ਉੱਤੇ ਡਿਸਪ੍ਰੋਪੋਰਸ਼ਨੇਟ ਆਫ ਐਸੈਟ ਦਾ ਕੇਸ ਹੋਇਆ, ਉਹ ਸਾਰੀ ਪ੍ਰਾਪਰਟੀ ਚੰਡੀਗੜ੍ਹ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਜੇ ਅੱਜ ਵੀ ਇੱਕ ਰਿਪੋਰਟ ਛਪੀ ਹੈ ਜਿਹਦੇ ਹਿਸਾਬ ਨਾਲ ਧਰਮਸੋਤ ਉਹਨਾਂ ਦਾ 500 ਸਕੁਅਰ ਫੀਟ ਦਾ ਇੱਕ ਪਲਾਟ ਸੈਕਟਰ 88 ਮੁਹਾਲੀ, ਫਿਰ ਉਹਨਾਂ ਦੇ ਬੇਟੇ ਦੇ ਨਾਂ ਤੇ ਵੀ ਇੱਕ 500 ਗਜ ਦਾ ਪਲਾਟ 88 ਸੈਕਟਰ ਦੇ ਵਿੱਚ, 200 ਸਕੁਅਰ ਫੀਟ ਦਾ ਇੱਕ ਪਲਾਟ ਐਰੋ ਸਿਟੀ ਦੇ ਵਿੱਚ, ਔਰ ਇੱਕ ਘਰ ਉਹਨਾਂ ਦਾ ਅਮਲੋ ਤੇ 2 ਕਨਾਲ 10 ਮਰਲਾ ਜ਼ਮੀਨ ਉਹਨਾਂ ਦੇ ਵੀਰ ਪਿੰਡ ਦੇ ਵਿੱਚ ਅਮਲੋ ਦੇ ਵਿੱਚ ਹੀ, ਔਰ ਇੱਕ ਹੋਰ 500 ਸਕੁਅਰ ਫੀਟ ਦੇ ਪਲਾਟ ਦੀ ਗੱਲ ਹੋਈ ਹੈ। 157 ਏਕੜ ਜ਼ਮੀਨ ਦੀ ਵੀ ਗੱਲ ਹੋਈ ਹੈ। ਔਰ ਇਸ ਤੋਂ ਪਹਿਲੇ ਆਸ਼ੀਸ਼ ਕਪੂਰ ਦੀ ਤੁਸੀਂ ਗੱਲ ਕੀਤੀ, ਉਹਨਾਂ ਨੇ ਵੀ ਨਿਊ ਚੰਡੀਗੜ੍ਹ ਜਾਂ ਚੰਡੀਗੜ੍ਹ ਦੇ ਆਲੇ ਦੁਆਲੇ ਜਿਸ ਤਰੀਕੇ ਨਾਲ ਪ੍ਰਾਪਰਟੀਜ਼ ਬਣਾਈ ਉਹ ਸਾਰੇ ਤੋਂ ਕਿਸੇ ਤੋਂ ਕੁਝ ਛੁਪਿਆ ਨਹੀਂ ਹੈ। ਗਰੀਸ਼ ਵਰਮਾ ਜਿਨ੍ਹਾਂ ਨੇ ਜੀਰਕਪੁਰ ਦੇ ਵਿੱਚ ਰਹਿੰਦੇ ਹੋਏ ਜਿਸ ਤਰੀਕੇ ਨਾਲ ਉੱਥੇ ਇੰਨੀ ਪ੍ਰਾਪਰਟੀ ਖਰੀਦੀ, ਇਹ ਅਸੀਂ ਜ਼ਿਕਰ ਕਿਉਂ ਕਰ ਰਹੇ ਹਾਂ? ਕੱਲ ਹੀ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਉਹਨਾਂ ਨੇ ਇੱਕ ਆਰਡਰ ਕੱਢੇ ਨੇ ਕਿ ਜਿਹੜਾ ਵੀ ਅਫਸਰ ਸਾਡਾ ਕਿਸੇ ਵੀ ਜਗ੍ਹਾ ਤੇ ਪੋਸਟਿੰਗ ਹੋਏਗੀ ਉਹ ਉਸ ਏਰੀਆ ਦੇ ਵਿੱਚ ਉਸ ਡਿਸਟ੍ਰਿਕਟ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ। ਇਹ ਆਰਡਰ ਨਵੇਂ ਨਹੀਂ ਹੈ, 1964 ਤੋਂ ਇਹ ਆਰਡਰ ਚੱਲ ਰਹੇ ਸੀਗੇ, ਪਰ 1964 ਤੋਂ ਬਾਅਦ ਇਸ ਆਰਡਰ ਦੇ ਵਿੱਚ ਇੱਕ ਰਿਲੈਕਸੇਸ਼ਨ ਜ਼ਰੂਰ ਦਿੱਤੀ ਗਈ ਸੀਗੀ। ਉਹ ਸੀਗੀ 1996 ਤੇ 2012 ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਜਿੱਥੇ ਵੱਡੇ ਅਫਸਰ ਤੈਨਾਤ ਸੀਗੇ ਉਹਨਾਂ ਨੇ ਬੜੀ ਪ੍ਰਾਪਰਟੀ ਬਣਾਈ। ਪਰ ਨਵੇਂ ਆਰਡਰ ਦੇ ਨਾਲ ਅਸਰ ਕੀ ਪਏਗਾ? ਨਵੇਂ ਆਰਡਰ ਦੇ ਨਾਲ ਅਸਰ ਕੀ ਕਹੇਗਾ? ਜਦ ਕੋਈ ਵੀ ਡੀਸੀ ਜਾਂ ਸਾਰੇ ਵੱਡੇ ਅਫਸਰਾਂ ਦੇ ਉੱਤੇ ਇਹ ਆਰਡਰ ਇੰਪਲੀਮੈਂਟ ਹੁੰਦਾ। ਹੁਣ ਇਹ ਗੱਲ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਆਰਡਰ ਦੀ ਲੋੜ ਪੈਦਾ ਹੋ ਗਈ ਹੈ। ਪਰ ਉਸ ਤੋਂ ਪਹਿਲੇ ਉਹ ਜਿਹੜੀ ਸ਼ਿਵਾਲਿਕ ਦੀ ਪੈਰਾਂ ਦੇ ਉੱਤੇ ਜਿਹੜੀ ਜ਼ਮੀਨਾਂ ਦੀ ਗੱਲ ਕਰਦੇ ਸੀਗੇ, ਮੈਨੂੰ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉੱਥੇ ਪੈਰੀ ਪੈਣਾ ਕਰਕੇ ਵਾਪਸ ਆ ਗਈ ਹੈ, ਕਿਉਂਕਿ ਹੁਣ ਉਸ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਕਰ ਰਹੀ। ਤੁਸੀਂ ਪੀਐਸਆਈਸੀ ਨੂੰ ਛੱਡ ਕੇ ਇੱਕ ਬੜਾ ਅਹਿਮ ਸਵਾਲ ਇਹਨਾਂ ਦਿਨਾਂ 'ਚ ਉੱਠ ਰਿਹਾ ਕਿ ਕੀ ਸਰਕਾਰ ਔਰ ਆਈਐਸ ਅਫਸਰਾਂ ਦੇ ਵਿੱਚ ਕੋਈ ਚੁੱਪ ਚਪੀਤੇ ਸਮਝੌਤਾ ਹੋਇਆ, ਅਨਰਿਟਨ ਕੋਈ ਸਮਝੌਤਾ ਹੋਇਆ? ਕੀ ਇਹ ਗੱਲ ਤੇ ਸਹਿਮਤੀ ਬਣ ਗਈ ਕਿ ਆਈਐਸ ਅਧਿਕਾਰੀਆਂ ਨੂੰ ਛੇੜਿਆ ਨਹੀਂ ਜਾਊਗਾ? ਔਰ ਕੀ ਇਹ ਮੰਗ ਕੀਤੀ ਸੀ ਆਈਐਸ ਅਧਿਕਾਰੀਆਂ ਨੇ ਕਿ ਪੀਐਸਆਈਸੀ ਦਾ ਘਪਲਾ ਨਹੀਂ ਹੈ, ਇਹ ਅਲਾਟਮੈਂਟ ਦਾ ਮਾਮਲਾ ਹੈ? ਸਰਕਾਰ ਜਦੋਂ ਸਾਲਾਂ ਪਹਿਲਾਂ ਕਿਸੇ ਪਲਾਟ ਨੂੰ ਵੇਚ ਚੁੱਕੀ ਹੈ ਤੇ ਉਹਦੇ ਵਿੱਚ ਹਜ਼ਾਰਾਂ ਕਰੋੜ ਕਿਵੇਂ ਸ਼ਾਮਲ ਹੋ ਗਏ, 500 ਕਰੋੜ ਕਿਵੇਂ ਸ਼ਾਮਲ ਹੋ ਗਏ? ਇਸ ਗੱਲ ਨੂੰ ਲੈ ਕੇ ਆਈਐਸ ਅਫਸਰਾਂ ਦੇ ਇਸ ਸਹਿਮਤੀ ਜਿਹੜੀ ਕਿ ਜ਼ਿਕਰ ਹੋ ਰਿਹਾ, ਜਿਹਦੀਆਂ ਕਨਸੋਵਾਂ ਨੇ, ਜਿਹਦੇ ਚਰਚੇ ਨੇ ਕਿ ਨੀਲਮਾ ਆਈਐਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ, ਤੇ ਫਿਰ ਇਹੀ ਪੋਲੀਟੀਸ਼ੀਅਨ ਇਕੱਠੇ ਹੋ ਕੇ ਕਹਿਣਗੇ ਵੀ ਸਾਨੂੰ ਗ੍ਰਿਫਤਾਰ ਕਿਉਂ ਕਰਦੇ ਹੋ? ਸਵਾਲ ਤੇ ਹੈ ਕਿ ਇਨਵੈਸਟੀਗੇਸ਼ਨ ਫ੍ਰੀ ਤੇ ਫਿਰ ਕਿਵੇਂ ਹੋ ਸਕੇ, ਕਿਵੇਂ ਇਹਨੂੰ ਇਨਫਲੂਐਂਸ ਰਹਿਤ ਬਣਾਇਆ ਜਾ ਸਕੇ, ਭਾਵੇਂ ਕੋਈ ਲੌਬੀ ਆਈਐਸ ਦੀ ਹੋਵੇ ਤੇ ਭਾਵੇਂ ਕੋਈ ਸੱਤਾ ਦਾ ਕੇਂਦਰ ਹੋਵੇ। ਇਹ ਸਵਾਲ ਵੀ ਖੜਾ ਹੈ ਕਿ ਇੱਥੇ ਜਿਹੜੇ ਪਲਾਟ ਸੀਗੇ 125 ਕੱਟੇ ਗਏ, ਉਹਨਾਂ ਦੇ ਵਿੱਚੋਂ ਕਿਤੇ ਰਸੂਖਦਾਰਾਂ ਨੂੰ ਤਾਂ ਨਹੀਂ ਗਏ, ਉਹਦੇ ਵਿੱਚ ਅਫਸਰਾਂ ਨੂੰ ਪਲਾਟ ਤਾਂ ਨਹੀਂ ਗਏ? ਇਹ ਰੌਲੇ ਨੇ। ਔਰ ਇੱਕ ਸਾਡੇ ਕੋਲ ਰਿਪੋਰਟ ਹੈ, ਇੰਦਰਪ੍ਰੀਤ ਤੁਹਾਡੇ ਨਾਲ ਜ਼ਿਕਰ ਕਰਦੇ ਆ ਕਿ 14 ਤਰੀਕ ਵਾਲੇ ਦਿਨ, ਅੱਜ ਤੋਂ 4 ਦਿਨ ਬਾਅਦ 3 ਦਿਨ ਬਾਅਦ ਇੱਕ ਮੀਟਿੰਗ ਸੱਦੀ ਗਈ ਹੈ ਪੀਐਸਆਈਸੀ ਦੇ। ਇਹ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਹੋ ਸਕਦੀ ਹੈ। ਇਹਦੇ ਵਿੱਚ ਇਹ ਵੀ ਫੈਸਲਾ ਲਿਆ ਜਾ ਸਕਦਾ ਕਿ ਜਿਹੜੀ ਇਹ ਟ੍ਰਾਂਸਫਰ ਸੀਗੀ 125 ਏਕੜ ਵਾਲੀ, ਇਹ 25 ਏਕੜ ਦੀ ਜਿਹੜੀ ਜ਼ਮੀਨ ਦਾ ਚੰਕ ਸੀਗਾ 125 ਪਲਾਟਾਂ ਲਈ ਟ੍ਰਾਂਸਫਰ ਕੀਤਾ ਗਿਆ, ਇਹਦੀਆਂ ਪ੍ਰਵਾਨਗੀਆਂ ਰੱਦ ਵੀ ਕੀਤੀਆਂ ਜਾ ਸਕਦੀਆਂ। ਕਨਸੋ ਹੈ, ਅਸੀਂ ਪੁਖਤਾ ਨਹੀਂ ਕਰਦੇ ਕਿ ਇਹਦਾ ਏਜੰਡਾ ਕੀ ਹੋ ਸਕਦਾ ਕਿ ਇੰਜ ਹੋਵੇ। ਇਹਦੇ ਵਿੱਚ ਥੋੜੀ ਜਿਹੀ ਜਾਣਕਾਰੀ ਜ਼ਰੂਰ ਇੰਦਰਪ੍ਰੀਤ ਜੀ ਦੇ ਦਿਓ, ਲੇਕਿਨ ਨਾਲ ਦੀ ਨਾਲ ਮੈਂ ਦੂਜਾ ਮਾਮਲਾ ਵੀ ਅੱਗੇ ਵਧਾ ਦਿਆਂ। ਫੈਸਲਾ ਕੌਣ ਹੋਣਾ ਹੁੰਦਾ? ਸਰਕਾਰਾਂ ਨੇ। ਨੀਤੀ ਫੈਸਲੇ ਸਰਕਾਰਾਂ ਨੇ ਲੈਣੇ ਹੁੰਦੇ ਆ।
ਪਰ ਜੇ ਸੰਸਥਾਵਾਂ ਹੀ ਮਰ ਰਹੀਆਂ ਹੋਣ ਤਾਂ ਫਿਰ ਤੁਹਾਨੂੰ ਫੈਸਲੇ ਲੈਣ ਲੱਗਿਆਂ ਲੋਕ ਲੁਭਾਊ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ। ਇਸ ਵੇਲੇ PSPCL ਬਿਜਲੀ ਬੋਰਡ ਦਾ ਬੁਰਾ ਹਾਲ ਆ। ਇਸ ਵੇਲੇ ਸਬਸਿਡੀ ਬਹੁਤ ਵੱਧ ਚੁੱਕੀ ਆ। ਗਵਰਨਮੈਂਟ ਦੇ 300 ਯੂਨਿਟ ਦੇ ਮਾਫੀ ਦੇ ਫੈਸਲੇ ਨਾਲ 3000 ਕਰੋੜ ਤੋਂ ਵੱਧ ਦਾ ਬੋਝ ਪੈ ਚੁੱਕਿਆ। ਲਗਭਗ 50 ਕਰੋੜ ਤੋਂ ਵੱਧ ਡੇਲੀ ਸਬਸਿਡੀ ਜਾ ਰਹੀ ਹੈ। ਬਿਜਲੀ ਬੋਰਡ ਦੇ ਅਧਿਕਾਰੀ ਰੋ ਰਹੇ ਆ ਕਿ ਇਦਾਂ ਚੱਲੂ ਕਿਵੇਂ। ਇਸ ਵੇਲੇ ਸਭ ਤੋਂ ਵੱਡਾ ਸੰਕਟ ਬਣਿਆ ਹੋਇਆ ਕਿ ਜੇ ਸਭ ਫ੍ਰੀ ਦੇ ਦਿਓਗੇ ਤਾਂ ਆਖਰ ਤੁਹਾਨੂੰ ਰੈਵਨਿਊ ਜਨਰੇਸ਼ਨ ਕਿੱਥੋਂ ਹੋਊਗੀ, ਤੁਸੀਂ ਕੋਈ ਨਵੇਂ ਫੈਸਲੇ ਕਿੱਦਾਂ ਲੈਣੇ ਹੋ। ਇਹ ਦੋ ਚੀਜ਼ਾਂ ਇਕੱਠੀਆਂ ਕਰਕੇ ਅੱਗੇ ਵਧਾ ਦਿਓ। ਇੱਕ ਤਾਂ ਜਿਹੜਾ ਮਾਮਲਾ PSIEC ਵਾਲਾ ਸੱਦੀ ਗਈ ਮੀਟਿੰਗ ਨਾਲ ਸੰਬੰਧਿਤ, ਕੰਸੋਲ ਨਾਲ ਸੰਬੰਧਿਤ, ਔਰ ਦੂਜਾ ਸਬਸਿਡੀ, ਇਹ ਸਾਂਝੇ ਤੌਰ ਤੇ ਲਵਾਂਗੇ ਭਾਸਕਰ ਸਾਹਿਬ ਨਾਲ। ਜੀ ਇਸ ਦੇ ਉੱਤੇ ਇਹ ਚੱਲ ਰਹੀ ਹੈ ਕਿ 14 ਤਰੀਕ ਨੂੰ PSIEC ਨੇ ਆਪਣੇ ਬੋਰਡ ਦੀ ਮੀਟਿੰਗ ਬੁਲਾਈ ਹੈ, ਜਿਹਦੇ ਵਿੱਚ ਇਹ ਏਜੰਡਾ ਤਾਂ ਹੈ ਕਿ ਜਿਹੜਾ ਚੱਲ ਰਿਹਾ ਇਸ਼ੂ ਇਹ ਰੱਖਿਆ ਜਾਏਗਾ, ਪਰ ਉਹਦੇ ਤੇ ਫੈਸਲਾ ਕੀ ਲੈਣਾ ਹੈ ਇਹਦੇ ਬਾਰੇ ਹਜੇ ਕੋਈ ਕਲੈਰਿਟੀ ਨਹੀਂ ਹੈ, ਕਿਉਂਕਿ ਹਜੇ ਸਿਰਫ ਇੱਕ ਇੰਟੀਮੇਸੀ ਹੁੰਦੀ ਹੈ ਜਿਹੜੀ ਆਪਾਂ ਕਰਨੀ ਹੁੰਦੀ ਹੈ ਬੋਰਡ ਨੂੰ ਕਿ ਅਸੀਂ ਇਹ ਸਾਡੇ ਦੇ ਉੱਤੇ ਕਿਉਂ ਕੇਸ ਚੱਲ ਰਿਹਾ। ਤਾਂ ਇੱਕ ਤੁਹਾਨੂੰ ਯਾਦ ਹੋਊਗਾ ਪਹਿਲਾਂ ਹੀ PSIEC ਦੀ ਵੈਬਸਾਈਟ ਦੇ ਉੱਤੇ ਵੀ ਇੱਕ ਬਹੁਤ ਵੱਡੀ ਕੁਐਸਚਨਰ ਜਿਹੜਾ ਹੈਗਾ ਉਹ ਦਿੱਤਾ ਹੋਇਆ ਸੀ ਤੇ ਨਾਲ ਹੀ ਉਹਦਾ ਆਨਸਰ ਸੀ। ਉਹ ਕੁਐਸਚਨਰ ਸੀ ਜਿਹੜਾ ਐਲੀਗੇਸ਼ਨ ਵਿਜੀਲੈਂਸ ਨੇ ਲਗਾਇਆ ਹੋਇਆ ਵੀ ਕਿੰਨਾ ਪਲਾਟ ਕਿਹਨੂੰ ਵੇਚਿਆ, ਕਦੋਂ ਵੇਚਿਆ, ਕੀ ਹੋਇਆ, ਇਹ ਵੇਚਿਆ ਜਾ ਸਕਦਾ ਕਿ ਨਹੀਂ, ਉਹ ਸਾਰੇ ਬਾਰੇ PSIEC ਨੇ ਆਪਣੇ ਤੌਰ ਤੇ ਜਾਣਕਾਰੀ ਦਿੱਤੀ ਸੀ। ਉਹ ਇਹਨਾਂ ਨੇ ਆਪਣੀ ਵੈਬਸਾਈਟ ਤੇ ਵੀ ਪਾਈ ਸੀ ਤੇ ਹੁਣ ਪਿਛਲੇ 4-5 ਦਿਨ ਤੋਂ ਲਗਾਤਾਰ ਦੁਬਾਰਾ ਫਿਰ ਸਰਕੂਲੇਸ਼ਨ ਚ ਆ ਗਈ ਹੈ ਕਿ ਜਿੱਥੇ PCSI ਦੇ ਅਧਿਕਾਰੀ ਇਹ ਸਾਬਿਤ ਕਰਨ ਲੱਗੇ ਹੋਏ ਨੇ ਕਿ ਉਹ ਸਾਫ਼ ਸੁਥਰੇ ਨੇ, ਉਹਨਾਂ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ। ਤੇ ਬੋਰਡ ਦੀ ਜਿਹੜੀ ਮੀਟਿੰਗ ਹੈਗੀ ਹੈ ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਸ਼ਾਇਦ ਇਹੀ ਦੱਸਿਆ ਜਾਣਾ ਹੈ ਕਿ ਉਹ ਜਿਹੜੀ PSIEC ਦੀ ਵੈਬਸਾਈਟ ਤੇ ਜਿਹੜਾ ਇਹ ਡਾਟਾ ਅਪਲੋਡ ਕੀਤਾ ਗਿਆ ਸੀ ਉਹ ਤੁਰੰਤ ਹਟਾ ਲਿਆ ਗਿਆ ਸੀ। ਹਾਲਾਂਕਿ ਉਹ ਸ਼ਾਮ ਤੱਕ ਹੀ ਹਟਾ ਲਿਆ, ਉਹ ਉਸ ਦਿਨ ਥੋੜੀ ਦੇਰ ਲਈ ਪਾਇਆ ਗਿਆ ਫਿਰ ਹਟਾ ਲਿਆ ਗਿਆ। ਜੀ 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 ਉਹ ਤਾਂ ਇਹ ਸ਼ੁਕਰ ਕਰੋ ਕਿ ਮੇਰੇ ਵਰਗੇ ਨੇ ਉਹਨੂੰ ਡਾਊਨਲੋਡ ਕਰ ਲਿਆ ਸੀ, ਨਹੀਂ ਤਾਂ ਮੈਨੂੰ ਵੀ ਖਬਰ ਦਾ ਜਵਾਬ ਦੇਣਾ ਔਖਾ ਹੋ ਜਾਣਾ ਸੀ ਕਿ ਮੈਂ ਖਬਰ ਲਾਈ ਕਿੱਥੋਂ ਆਏ। ਮੈਂ ਇੱਕ ਜਸਟ ਉਹਦੀ ਇਨਫੋਰਮੇਸ਼ਨ ਲਈ ਦੱਸ ਕਿ ਕੱਲ ਇਹ ਬਹੁਤ ਸਰਕੂਲੇਸ਼ਨ ਚ ਸੀ ਗੱਲ ਪੂਰੇ ਸੈਕਟਰੀਏਟ ਦੇ ਵਿੱਚ ਵੀ ਕਿ ਇਹ ਏਜੰਡਾ ਜਿਹੜਾ ਹੈਗਾ ਉਹ ਲਿਆ ਜਾ ਰਿਹਾ ਹੈ। ਮੈਂ ਕਾਫੀ ਕਨਫਰਮ ਕਰਨ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਹਜੇ ਉਹ ਨਹੀਂ ਮਿਲੀ ਹੈਗੀ ਕਿ ਏਜੰਡਾ ਇਹ ਤਾਂ ਹੈ। ਉਹਨਾਂ ਨੇ ਕਿਹਾ ਕਿ ਏਜੰਡਾ ਤਾਂ ਆਏਗਾ ਪਰ ਉਹਦੇ ਤੇ ਹੋਏਗਾ ਕਿ ਇਹਦੇ ਬਾਰੇ ਕੋਈ ਨਹੀਂ ਦੱਸਿਆ ਜਾ ਰਿਹਾ। ਉਹ ਕਹਿ ਰਹੇ ਕਿ ਅਸੀਂ ਸਿਰਫ ਅਜੇ ਇਹ ਏਜੰਡਾ ਲੈ ਕੇ ਰਹੇ ਸੀ ਕਿ ਅਸੀਂ ਆਪਣੇ ਬੋਰਡ ਨੂੰ ਦੱਸਣਾ ਹੈ ਕਿ ਹੋਇਆ ਕੀ ਹੈ ਤੇ ਫਿਰ ਉਸ ਤੋਂ ਬਾਅਦ ਬੋਰਡ ਨੇ ਫੈਸਲਾ ਲੈਣਾ ਹੈ ਕਿ ਉਹਨੂੰ ਰੱਦ ਕਰਨਾ ਹੈ ਜਾਂ ਨਹੀਂ ਕਰਨਾ। ਇਹ ਜ਼ਰੂਰ ਆਏਗਾ। ਦੂਸਰਾ ਗੱਲ ਜਿਹੜੀ ਤੁਸੀਂ ਮੇਜਰ ਇਸ਼ੂ ਜਿਹੜਾ ਉਠਾਇਆ ਹੈ ਉਹ ਹੈ ਬਿਜਲੀ ਸਬਸਿਡੀ ਦਾ। ਦੇਖੋ ਬਿਜਲੀ ਸਬਸਿਡੀ ਅੱਜ ਦੀ ਡੇਟ ਦੇ ਵਿੱਚ ਇੱਕ ਇਹੋ ਜਿਹੀ ਸਥਿਤੀ ਤੇ ਪਹੁੰਚ ਚੁੱਕੀ ਹੈ ਜਿੱਥੇ ਸਰਕਾਰਾਂ ਬੇਸ਼ੱਕ ਇਹ ਕਲੇਮ ਕਰ ਰਹੀਆਂ ਹੋਣ ਕਿ ਅਸੀਂ ਉਹ ਇਸ ਸਾਲ ਦੀ ਜਿੰਨੀ ਸਬਸਿਡੀ ਹੈ ਉਹ ਅਸੀਂ ਪੂਰੀ ਦੀ ਪੂਰੀ ਦੇਤੀ ਹੈ, ਪਰ ਪਿਛਲਾ 9000 ਕਰੋੜ ਰੁਪਇਆ ਹਜੇ ਵੀ ਖੜਾ ਹੈ। ਉਹ ਸਰਕਾਰ ਦੇ ਉੱਤੇ ਹੀ ਹੁੰਦਾ, ਉਹ ਇਹ ਨਹੀਂ ਹੁੰਦਾ ਵੀ ਉਹ ਸੁਖਬੀਰ ਬਾਦਲ ਦੀ ਸਰਕਾਰ ਦੇ ਉੱਤੇ ਸੀ ਜਾਂ ਕਾਂਗਰਸ ਦੀ ਸਰਕਾਰ ਤੇ ਸੀ ਜਾਂ ਆਮ ਆਦਮੀ ਪਾਰਟੀ, ਉਹ ਪੰਜਾਬ ਸਰਕਾਰ ਦੇ ਉੱਤੇ ਖੜਾ ਹੈ। ਤੇ ਜਿਹੜਾ ਹੁਣ ਇੱਕ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਪ੍ਰੋਗਰਾਮ ਚ ਕੀਤਾ ਸੀ ਪਰਸੋਂ ਸ਼ਾਇਦ ਕਿ ਜਦੋਂ ਮੀਟਰਿੰਗ ਇਹਨਾਂ ਨੇ ਪ੍ਰੀਪੇਡ ਮੀਟਰਿੰਗ ਸ਼ੁਰੂ ਕਰਨੀ ਹੈ ਉਦੋਂ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਇਹ, ਤਾਂ ਕਿ ਵੀ ਜਿਹੜਾ ਇਹ 9000 ਕਰੋੜ ਤੁਹਾਡੇ ਕੋਲ ਪਹਿਲਾਂ ਖੜਾ ਹੈ ਇਹਨੂੰ ਕਲੀਅਰ ਕਰਕੇ ਦਿਓ ਸਾਨੂੰ, ਅਸੀਂ ਤੁਹਾਨੂੰ ਉਹ ਜਿਹੜਾ 25000 ਕਰੋੜ ਚੋਂ 5000 ਕਰੋੜ ਦੀ ਗ੍ਰਾਂਟ ਦੇਣੀ ਹੈ ਉਹ ਤਾਂ ਹੀ ਮਿਲੇਗੀ ਜੇ ਤੁਸੀਂ ਇਹ 9000 ਕਰੋੜ ਰੁਪਇਆ ਪਾਵਰਕੌਮ ਨੂੰ ਵਾਪਿਸ ਕਰ ਦੋਗੇ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਸਥਿਤੀ ਜਿਹੜੀ ਹੈਗੀ ਹੈ ਗਵਰਨਮੈਂਟ ਆਫ ਪੰਜਾਬ ਦੀ ਉਹ ਇਹ ਹੈ ਕਿ ਉਹ ਵਾਪਿਸ ਕੀਤਾ ਜਾ ਸਕੇ। ਦੇਖੋ ਹੁਣ ਮੈਨੂੰ ਲੱਗਦਾ ਕਿ ਇੱਕ ਇਕੱਲੇ ਅਗਰ ਅਸੀਂ ਦੁਕਾਨਦਾਰਾਂ ਨੂੰ ਛੱਡ ਦਈਏ ਤਾਂ ਸ਼ਾਇਦ ਹੀ ਪੰਜਾਬ ਦੇ ਵਿੱਚ ਕੋਈ ਵਰਗ ਹੈ ਜਿਹਨੂੰ ਬਿਜਲੀ ਸਬਸਿਡੀ ਨਹੀਂ ਮਿਲ ਰਹੀ। ਮੈਨੂੰ ਬਹੁਤ ਹੈਰਾਨੀ ਉਦੋਂ ਹੋਈ ਜਦੋਂ ਮੈਂ ਇੱਕ RTI ਲਿੱਤੀ ਜਿਹਦੇ ਵਿੱਚ ਮੈਂ ਤਾਂ ਆਪਣੇ ਵੱਲੋਂ ਇਹ ਲਿੱਤਾ ਸੀ ਕਿ ਜੱਜਾਂ ਨੂੰ, ਹਾਈ ਕੋਰਟ ਦੇ ਜੱਜਾਂ ਨੂੰ ਕੀ ਕੀ ਸੁਵਿਧਾਵਾਂ ਮਿਲਦੀਆਂ। ਉਦੋਂ ਬੜਾ ਇੱਕ ਇੰਟਰਸਟਿੰਗ ਫੈਕਟ ਇਹ ਆਇਆ ਸੀਗਾ ਕਿ ਜੱਜਾਂ ਨੂੰ 3 ਨੌਕਰ ਵੀ ਮਿਲਦੇ ਆ। ਮੈਂ ਤਾਂ ਉਹ RTI ਇਸ ਕਰਕੇ ਲੈਣੀ ਚਾਹੁੰਦਾ ਸੀਗਾ ਵੀ ਇਹ ਸੱਚੀ ਹੈ ਕਿ ਐਵੇਂ ਗੱਲਾਂ ਹੀ ਨੇ, ਪਰ ਉਹਦੇ ਚ ਜਿਹੜਾ ਇਹ ਸਭ ਤੋਂ ਇੰਟਰਸਟਿੰਗ ਫੈਕਟ ਆਇਆ ਉਹ ਇਹ ਸੀ ਕਿ 10,000 ਯੂਨਿਟ ਪਰ ਈਅਰ ਉਹ ਹਾਈ ਕੋਰਟ ਦੇ ਜੱਜ ਨੂੰ ਫ੍ਰੀ ਮਿਲਦੇ ਆ। ਇਹ ਬਹੁਤ ਹੈਰਾਨੀਕੁੰਨ ਹੈ ਕਿ ਦੇਖੋ ਜਦੋਂ ਅਸੀਂ ਕਿਸਾਨਾਂ ਦੀ ਸਬਸਿਡੀ ਦੀ ਗੱਲ ਕਰਦੇ ਹਾਂ ਕਿ ਕਿਸਾਨਾਂ ਨੂੰ ਸਬਸਿਡੀਆਂ ਮਿਲ ਰਹੀਆਂ ਨੇ, ਉਦੋਂ ਕਿਸਾਨਾਂ ਨੂੰ ਨਹੀਂ ਮਿਲ ਰਹੀਆਂ ਹੁੰਦੀਆਂ, ਕਿਸਾਨਾਂ ਨੂੰ ਤਾਂ ਉਹਦੀ ਜਿਹੜੀ ਬਿਜਲੀ MSP ਤੁਸੀਂ ਤੈਅ ਕਰਦੇ ਹੋ ਉਹਦੇ ਵਿੱਚ ਫਿਰ ਬਿਜਲੀ ਦਾ ਪੋਰਸ਼ਨ ਕੱਟ ਲੈਂਦੇ ਹੋ, ਯਾਨੀ ਕਿ ਉਹ ਫਾਰਮਰਸ ਨੂੰ ਨਹੀਂ ਦੇ ਰਹੇ ਤੁਸੀਂ, ਉਹ ਕੰਜ਼ਿਊਮਰ ਨੂੰ ਦੇ ਰਹੇ ਹੋ।
ਜਿਹਦੇ ਤੇ ਮਤਲਬ ਉਹਦੀ MSP ਸੈੱਟ ਹੋਣੀ ਹੈ। ਪਰ ਜਿਹੜੀ ਹਾਈ ਕੋਰਟ ਦੇ ਜੱਜ ਨੂੰ ਮੰਨ ਲਓ ਮਿਲ ਰਹੀ ਹੈ, ਜਾਂ ਇਸ ਤਰ੍ਹਾਂ ਹੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਫ੍ਰੀ ਬਿਜਲੀਆਂ ਮਿਲ ਰਹੀਆਂ ਨੇ, ਜਾਂ ਹੁਣ ਇੰਡਸਟਰੀ ਨੂੰ 1500 ਕਰੋੜ ਤੇ ਸ਼ੁਰੂ ਕੀਤੀ ਸੀ ਬਿਜਲੀ 5 ਰੁਪਏ ਸਬਸਿਡੀ, ਅੱਜ ਉਹ 2500 ਕਰੋੜ ਕ੍ਰਾਸ ਕਰ ਚੁੱਕੀ ਹੈ। ਸੋ ਇਹ ਬੜੇ ਸਵਾਲ ਨੇ ਕਿ ਵੀ ਇਹਨਾਂ ਨੂੰ ਆਪਾਂ ਕੰਟਰੋਲ ਕਿਵੇਂ ਕਰਨਾ ਹੈ। ਬਹੁਤ ਹੀ ਇੱਕ ਜਿਹੜੇ ਚੀਫ ਇੰਜੀਨੀਅਰ ਹੈਗੇ ਨੇ, ਉਹਨਾਂ ਦੇ PA ਨੇ ਇੱਕ ਪਹਿਲ ਕੀਤੀ ਹੈ, ਮੈਨੂੰ ਲੱਗਦਾ ਕਿ ਬਹੁਤ ਹੀ ਅੱਛੀ ਪਹਿਲ ਹੈ। ਉਹਨਾਂ ਨੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਮੈਂ ਫ੍ਰੀ ਬਿਜਲੀ ਨਹੀਂ ਲੈਣਾ ਚਾਹੁੰਦਾ, ਮੇਰੇ ਤੋਂ 300 ਯੂਨਿਟ ਜਿਹੜੀ ਹੈਗੀ ਹੈ ਉਹਦੇ ਪੂਰੇ ਪੈਸੇ ਲਓ, ਜਿੰਨਾ ਮੇਰਾ ਮੀਟਰ ਆਂਦਾ ਉਹ ਖਰਚਾ ਆਂਦਾ ਉਹਦਾ ਪੈਸੇ ਲਓ। ਪਰ ਉਹਨਾਂ ਨੇ ਕੱਲ ਕਿਹਾ ਕਿ 2 ਮਹੀਨੇ ਹੋ ਗਏ ਮੈਨੂੰ ਇਹ ਲਿਖੇ ਨੂੰ, ਪਰ ਹਜੇ ਤੱਕ ਸਰਕਾਰ ਨੇ ਉਸ ਤੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਸੋ ਇਸੇ ਤਰ੍ਹਾਂ ਹੀ ਦੀ ਅਪੀਲ ਤੁਹਾਨੂੰ ਯਾਦ ਹੋਊਗਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਕੀਤੀ ਸੀ ਉਹਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਵਿੱਚ, ਕਿ ਜਿੰਨੇ ਵੀ ਮਤਲਬ MLAs ਨੇ ਉਹ ਆਪਣੀ ਸਬਸਿਡੀ ਸਰੈਂਡਰ ਕਰ ਦੇਣ। ਪਰ ਸਿਰਫ 3 MLA ਨੇ ਇਹ ਜੁਰਤ ਦਿਖਾਈ ਸੀ, ਸੁਖਪਾਲ ਖਹਿਰਾ ਹੋਰਾਂ ਨੇ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਔਰ ਕੁਲਜੀਤ ਨਾਗਰਾ ਹੋਰਾਂ ਨੇ। ਇਹ ਅਸੀਂ ਜਦੋਂ ਗੱਲਾਂ ਕਰਦੇ ਹਾਂ ਉਦੋਂ ਸਾਡੀ ਸਾਰੀ ਜਿਹੜੀ ਉਹ ਹੁੰਦੀ ਹੈ ਵੀ ਕਿਸਾਨਾਂ ਦੀ ਬੰਦ ਕਰ ਦਿਓ ਜਾਂ ਇੰਡਸਟਰੀ ਦੀ ਬੰਦ ਕਰ ਦਿਓ, ਪਰ ਜਿਹੜੇ MLAs ਐਡੀ ਸਬਸਿਡੀ ਲੈ ਰਹੇ, ਮੰਤਰੀ ਲੈ ਰਹੇ, ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ, ਹਾਈ ਕੋਰਟ ਦੇ ਜੱਜਾਂ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ। ਮੈਨੂੰ ਲੱਗਦਾ ਕਿ ਜਦੋਂ ਗੱਲ ਬੰਦ ਕਰਨ ਦੀ ਆਣੀ ਹੈ ਤਾਂ ਫਿਰ ਸਭ ਵਾਸਤੇ ਹੀ ਬੰਦ ਹੋਣੀ ਚਾਹੀਦੀ ਹੈ, ਕਿਸੇ ਵਾਸਤੇ ਵੀ ਕੋਈ ਫ੍ਰੀ ਨਹੀਂ। ਕੱਲ ਇੱਕ ਬਿਜਲੀ ਬੋਰਡ ਦਾ ਉੱਚ ਅਧਿਕਾਰੀ, ਲਗਭਗ SC ਲੈਵਲ ਦਾ, ਐਡੀਸ਼ਨਲ SC ਐਕਸੀਅਨ ਤੋਂ ਉੱਪਰ ਦਾ ਅਹੁਦਾ ਹੈ, ਉਹਨੂੰ 15 ਲੱਖ ਰੁਪਏ ਰਿਸ਼ਵਤ ਲੈਂਦਿਆਂ ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਫੜ ਲਿਆ। ਵੈਸੇ ਫੜੋ ਫੜਾਈ ਲਗਭਗ ਰੋਜ਼ ਚੱਲਦੀ ਰਹਿੰਦੀ ਹੈ, ਕੋਈ ਨਾ ਕੋਈ ਖਬਰ ਨਿਕਲਦੀ ਰਹਿੰਦੀ ਹੈ। DGP ਵਰਿੰਦਰ ਕੁਮਾਰ ਦੀ ਅਗਵਾਈ 'ਚ ਇਹ ਵਿੰਗ ਚੰਗਾ ਕੰਮ ਕਰ ਰਿਹਾ। ਮੈਨੂੰ ਲੱਗਦਾ ਪੰਜਾਬ ਸਰਕਾਰ ਦਾ ਜੇ ਸਭ ਤੋਂ ਜ਼ਿਆਦਾ ਕੋਈ ਪੋਜ਼ਿਟਿਵਿਟੀ ਕਰਨ ਵਾਲਾ ਇਸ ਵੇਲੇ ਜਿਸ ਨਜ਼ਰੀਏ ਤੋਂ ਇਹ ਸਰਕਾਰ ਹੋਣੀ ਚਾਹੀਦੀ ਹੈ ਤੇ ਉਹ ਵਿਜੀਲੈਂਸ ਬਿਊਰੋ ਆ। ਸਵਾਲ ਇਸ ਗੱਲ ਦਾ ਹੈ ਕਿ ਇਹ ਜਦੋਂ ਅਸੀਂ ਸਬਸਿਡੀਜ਼ ਦੇ ਨਜ਼ਰੀਏ ਤੋਂ ਐਡਾ ਜਾਨ ਦਾ ਖੌਅ ਬਣਾ ਕੇ ਬਹਿ ਗਏ। ਮੈਨੂੰ ਯਾਦ ਹੈ ਜਦੋਂ ਬੀਬੀ ਭੱਠਲ ਨੇ ਇਸ ਤਰ੍ਹਾਂ ਦੀ ਰਵਾਇਤ ਸ਼ੁਰੂ ਕੀਤੀ ਸੀ, ਫਿਰ ਬਾਦਲ ਸਾਹਿਬ ਨੇ ਸਿਰਾ ਲਾਤਾ, ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਪਿਛਲ ਪੈਰੀ ਮੁੜੇ, ਲੋਕਾਂ ਨੇ ਜਲੂਸ ਕੱਢ ਕੇ ਰੱਖਤਾ। ਅਸੀਂ ਆਦਤ ਪਾਤੀ ਆ, ਕਿਰਤ ਦਾ ਕਲਚਰ ਮਾਰਨ ਤੇ ਤੁਲੇ ਹੋਏ ਆ। ਮੈਂ ਕੌਣ ਆ ਇਹ ਭਾਸ਼ਣ ਕਰਨ ਵਾਲਾ, ਪਰ ਸਟੇਟ ਦੀ ਇਕਨੋਮੀ ਦਾ ਮਰ ਜਾਣਾ ਹਰ ਬੰਦੇ ਤੇ ਬੋਝ ਪਾਉਂਦਾ ਹੈ। ਤੁਹਾਡੀ ਇਨਕਮ, ਤੁਹਾਡੀ ਅਰਨਿੰਗ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਨਿੱਜੀ ਤੌਰ ਤੇ ਤੁਸੀਂ ਆਪਣੀ ਹੈਸੀਅਤ ਦੇ ਤੌਰ ਤੇ ਤਗੜੇ ਹੋਵੋਗੇ, ਜਦ ਤੁਹਾਡੀ ਸਟੇਟ ਮਰ ਰਹੀ ਹੈ, ਤੁਹਾਡੇ ਰਹਿਣ ਸਹਿਣ ਤੇ ਅਸਰ ਪੈਂਦਾ ਹੈ। ਭਾਸਕਰ ਸਾਹਿਬ ਇਸ ਗੱਲ ਨੂੰ ਅੱਗੇ ਵਧਾ ਦਿਓ। ਇਹ ਮਾਮਲੇ ਏਡੇ ਸੌਖੇ ਐਡਰੈਸ ਹੋਣ ਵਾਲੇ ਨਹੀਂਗੇ। ਮੈਨੂੰ ਲੱਗਦਾ ਕਿ ਚੰਦ ਪਲਾਂ ਦੇ ਵਿੱਚ ਤੁਸੀਂ ਗੱਲ ਕਰਕੇ ਬੰਦ ਕਰ ਦਿਓਗੇ, ਫਰਕ ਨਹੀਂ ਪੈਂਦਾ। ਫੈਸਲਾ ਲੈਣ ਵਾਲੀਆਂ ਧਿਰਾਂ ਨੂੰ ਇਹਦੇ ਉੱਤੇ ਸੋਚਣ ਦੀ ਲੋੜ ਆ। ਇੱਕ ਵਾਰੀ ਡਰ ਕੱਢਣੇ ਹੋਣਗੇ, ਇੱਕ ਵਾਰੀ ਵੋਟ ਰਾਜਨੀਤੀ ਬੰਦ ਕਰਨੀ ਹੋਊਗੀ। ਤਰਕ ਸੰਗਤ ਸਬਸਿਡੀ ਦਿਓ, ਕਿਸਾਨ ਨੂੰ ਸਬਸਿਡੀ ਦੇਣੀ ਪੈਣੀ ਆ, ਕਿਉਂਕਿ ਉਹ ਮਰ ਰਿਹਾ, ਉਹਦੇ ਸਿਰ ਤੇ ਤੁਹਾਡੀ ਆਰਥਿਕਤਾ ਖੜੀ ਆ, ਪੰਜਾਬ ਦਾ ਬਾਜ਼ਾਰ ਉਹਦੇ ਸਿਰ ਤੇ ਚੱਲਦਾ, ਹਰ ਘਰ ਉਹਦੇ ਸਿਰ ਤੇ ਚੱਲਦਾ ਹੈ। ਪਰ ਜੇਕਰ ਤੁਸੀਂ ਇਹਨੂੰ ਤਰਕ ਸੰਗਤ ਨਹੀਂ ਬਣਾਓਗੇ, ਲੌਜੀਕਲ ਨਹੀਂ ਬਣਾਓਗੇ, ਮਰ ਜਾਓਗੇ। ਇਹ ਗੱਲ ਸਵਾਲ ਹੈ। ਲੌਜੀਕਲ ਤੇ ਰੈਸ਼ਨਲਾਈਜੇਸ਼ਨ, ਤੁਹਾਨੂੰ ਯਾਦ ਹੋਏਗਾ 2007 ਤੋਂ ਲੈ ਕੇ 2012 ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਵਿੱਤ ਮੰਤਰੀ ਸੀਗੇ, ਔਰ ਜਦ 2012 ਤੋਂ ਪਹਿਲੇ ਅਕਾਲੀ ਦਲ ਨੂੰ ਉਹ ਛੱਡਦੇ ਨੇ, ਉਸ ਤੋਂ ਪਹਿਲੇ ਇੱਕ ਗੱਲ ਕਰਦੇ ਨੇ ਕਿ ਹੁਣ ਜ਼ਰੂਰਤ ਹੈਗੀ ਹੈ ਸਬਸਿਡੀ ਨੂੰ ਰੈਸ਼ਨਲਾਈਜ਼ ਕਰਨ ਦੀ। ਰੈਸ਼ਨਲਾਈਜ਼ ਦਾ ਮਤਲਬ ਹੁੰਦਾ ਜਿਹਨੂੰ ਲੋੜ ਹੈ ਸਬਸਿਡੀ ਦੀ ਉਹਨੂੰ ਦਿੱਤੀ ਜਾਏ, ਔਰ ਜਿਹਨੂੰ ਨਹੀਂ ਲੋੜ ਹੈ ਉਹਨੂੰ ਨਾ ਦਿੱਤੀ ਜਾਏ। ਅੱਜ ਜਿਹੜੇ PA ਹੈਗੇ ਨੇ, PS ਹੈਗੇ ਨੇ ਕਰਮਜੀਤ ਸਿੰਘ, ਜਿਹੜੇ ਪਟਿਆਲੇ ਦੇ ਚੀਫ ਇੰਜੀਨੀਅਰ ਦੇ PA ਨੇ, ਉਹਨਾਂ ਨੇ ਵੀ ਇਸ ਮੁੱਦੇ ਨੂੰ ਅੱਗੇ ਵਧਾਇਆ। ਗੱਲ ਇੰਨੀ ਛੋਟੀ ਨਹੀਂ ਕਿ ਉਹਨਾਂ ਨੇ ਕਿਹਾ ਮੈਨੂੰ ਫ੍ਰੀ ਨਹੀਂ ਚਾਹੀਦੀ, ਉਹਨਾਂ ਨੇ ਨਾਲ ਦੇ ਨਾਲ ਆਪਣੇ PSPCL ਦੇ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ, ਬੋਝ ਥੱਲੇ ਹੈਗਾ, ਲੋਨ ਲੈਣਾ ਪੈ ਰਿਹਾ ਹੈ, 54 ਕਰੋੜ ਰੁਪਏ ਪਰ ਡੇ PSPCL ਨੂੰ ਸਬਸਿਡੀ ਦੇ ਰੂਪ ਵਿੱਚ ਨੁਕਸਾਨ ਹੋ ਰਿਹਾ ਹੈ, ਕਿਉਂਕਿ ਸਰਕਾਰ ਦੀ ਤਰਫੋਂ ਕਈ ਵਾਰ ਸਬਸਿਡੀ ਲੇਟ ਹੋ ਜਾਏ ਤੇ ਉਹਨਾਂ ਹੀ PSPCL ਨੂੰ ਨੁਕਸਾਨ ਹੁੰਦਾ ਹੈ। ਜੂਨ ਦੇ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਨੂੰ ਇਹ ਗੱਲ ਕਹੀ ਸੀ ਕਿ ਵੀ ਮੰਤਰੀਓ ਛੱਡ ਦਿਓ, MLA ਛੱਡ ਦਿਓ, ਜਿਹੜੇ ਧਨਾੜ ਨੇ, ਜਿਹੜੇ ਅਫੋਰਡ ਕਰ ਸਕਦੇ ਨੇ, ਉਹ ਇਸ ਸਬਸਿਡੀ ਨੂੰ ਨਾ ਲੈਣ। ਸਿਰਫ 3 MLA, ਉਹਦੇ ਵਿੱਚੋਂ ਵੀ ਸ਼ਾਇਦ ਸੁਖਪਾਲ ਸਿੰਘ ਖਹਿਰਾ ਸੀਗੇ, ਪਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਉਹਨਾਂ ਜਿਹੜੇ 2012 ਤੋਂ ਪਹਿਲੇ ਅਕਾਲੀ ਦਲ ਦੇ ਵਿੱਤ ਮੰਤਰੀ ਹੁੰਦੇ ਹੋਏ ਰੈਸ਼ਨਲਾਈਜੇਸ਼ਨ ਦੀ ਗੱਲ ਕਰਦੇ ਸੀ, ਉਹਨਾਂ ਨੇ ਵੀ ਸਬਸਿਡੀ ਛੱਡਣ ਦੇ ਵਿੱਚ ਕਾਫੀ ਟਾਈਮ ਲਾਇਆ। ਹੁਣ ਗੱਲ ਬਹੁਤ ਸਾਰੀ ਇਸ ਤਰੀਕੇ ਦੀ ਹੈਗੀ ਹੈ ਕਿ ਅੱਜ ਬਿਜਲੀ ਬੋਰਡ ਦਿੱਕਤ ਵਿੱਚ ਹੈ, ਸੂਬਾ ਦਿੱਕਤ ਦੇ ਵਿੱਚ ਹੈ, ਔਰ ਕਰਮਜੀਤ ਵਰਗੇ ਕਈ ਲੋਕ ਏਦਾਂ ਦੀ ਗੱਲਾਂ ਕਰਦੇ ਨੇ ਕਿ ਅਸੀਂ ਸੂਬੇ ਨੂੰ ਕਰਜ਼ ਦੇ ਵਿੱਚ ਨਹੀਂ ਦੇਖ ਸਕਦੇ। ਜੇ ਸਬਸਿਡੀ ਦੇਣੀ ਹੈ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਦੇਣੀ ਚਾਹੀਦੀ ਹੈ, ਬਜਾਏ ਕਿ ਤੁਸੀਂ ਸਾਰਿਆਂ ਨੂੰ ਹੀ 300 ਯੂਨਿਟ ਫ੍ਰੀ ਦੇ ਦਿੰਦੇ ਹੋ ਤੇ ਉਹਦੇ ਨਾਲ
ਪਾਵਰ ਕੰਜ਼ੰਪਸ਼ਨ ਵੀ ਵੱਧ ਗਈ, ਸਰਦੀਆਂ 'ਚ ਵਧੀ ਹੈ, ਨੁਕਸਾਨ ਵੀ ਹੋਰ ਜ਼ਿਆਦਾ ਵੱਧ ਗਿਆ। ਰੈਸ਼ਨਲਾਈਜੇਸ਼ਨ ਹੋਣੀ ਚਾਹੀਦੀ ਹੈ, ਇਹਦੇ ਹੱਕ 'ਚ ਬਹੁਤ ਸਾਰੇ ਲੋਕ ਪੰਜਾਬ ਦੇ ਹੈਗੇ ਨੇ, ਪਰ ਉਹ ਅੱਗੇ ਨਹੀਂ ਆਉਂਦੇ। ਪਰ ਕਰਮਜੀਤ ਤੋਂ ਨਾ ਅੱਗੇ ਆਏ, ਅੱਗੇ ਆਉਣ ਤੋਂ ਬਾਅਦ ਇਹ ਗੱਲ ਅੱਗੇ ਨਾ ਤੁਰੇ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਜੀ ਇੰਦਰਪ੍ਰੀਤ ਜੀ, ਜਿਹੜੀ ਇਹਦੀ ਤਰਸੰਗਤ ਦੀ ਗੱਲ ਕਰ ਰਹੇ ਸੀਗੇ ਭਾਸਕਰ ਸਾਹਿਬ ਵੀ, ਮੈਂ ਇੱਕ ਪਿਛਲੀ ਗਵਰਨਮੈਂਟ ਵੇਲੇ ਇੱਕ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਕਮੇਟੀ ਬੁਲਾਈ ਸੀ, ਬੈਠਕ ਬੁਲਾਈ ਸੀ। ਉਹਦੇ ਵਿੱਚ ਮਨਪ੍ਰੀਤ ਬਾਦਲ ਤੋਂ ਲੈ ਕੇ ਫਾਈਨਾਂਸ ਮਿਨਿਸਟਰ, ਬਿਜਲੀ ਮਿਨਿਸਟਰ ਸਾਰੇ ਸੀਗੇ, ਅਫਸਰ ਵੀ ਸੀ। ਉਹਦੇ 'ਚ ਇੱਕ ਬਹੁਤ ਅੱਛਾ ਡਾਟਾ ਜਿਹੜਾ ਆਇਆ ਸੀ, ਉਹ ਮੈਂ ਸਿਰਫ ਸ਼ੇਅਰ ਕਰਨਾ ਚਾਹੁੰਦਾ ਅੱਜ ਦੇ ਪ੍ਰੋਗਰਾਮ ਰਾਹੀਂ। ਉਹਦੇ 'ਚ ਡਾਟਾ ਇਹ ਆਇਆ ਕਿ ਜਿਹੜੇ ਬੰਦਿਆਂ ਕੋਲੇ ਜਿਹੜੇ ਸਪੋਜ਼ ਉਸ ਟਾਈਮ 7000 ਕਰੋੜ ਰੁਪਏ ਦੀ ਬਿਜਲੀ ਸੀਗੀ, ਤਾਂ 3800 ਕਰੋੜ ਦੀ ਬਿਜਲੀ ਸਿਰਫ ਔਰ ਸਿਰਫ 59000 ਕਿਸਾਨਾਂ ਨੂੰ ਜਾ ਰਹੀ ਸੀ। ਯਾਨੀ ਕਿ ਇਹ ਉਹ ਲੋਕ ਸੀ ਜਿਨ੍ਹਾਂ ਕੋਲੇ 25 ਏਕੜ ਤੋਂ ਜ਼ਿਆਦਾ ਲੈਂਡ ਹੈ। ਇਹ 59000 ਇੱਕ ਫਿਗਰ ਐਗਰੀਕਲਚਰ ਨੇ ਮਤਲਬ ਉਹ ਕੱਢੀ ਹੋਈ ਹੈ। ਤੁਸੀਂ ਦੇਖੋ ਕਿ ਜਿਹੜੇ ਜ਼ਿਆਦਾ ਸੀਗੇ, ਮਤਲਬ ਬਹੁਤ ਜ਼ਿਆਦਾ, 3.5 ਲੱਖ ਕਿਸਾਨ ਇਹ ਜਿਹੇ ਸੀ ਜਿਨ੍ਹਾਂ ਕੋਲੇ ਇੱਕ ਮੋਟਰ ਹੈ। ਉਹਨਾਂ ਨੂੰ ਤਾਂ ਉਹ ਤਰਕਸੰਗਤ ਸੀਗੇ। 1.5 ਲੱਖ ਕਿਸਾਨ ਇਹ ਜਿਹੇ ਜਿਨ੍ਹਾਂ ਕੋਲੇ ਇੱਕ ਮੋਟਰ ਹੈ ਹੀ ਨਹੀਂ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ 45,000 ਕਰੋੜ ਦੀ ਬਿਜਲੀ ਫ੍ਰੀ ਦੇਤੀ ਜਾਂ 1 ਲੱਖ ਕਰੋੜ ਦੀ ਬਿਜਲੀ ਫ੍ਰੀ ਦੇਤੀ ਇੰਨੇ ਸਾਲਾਂ ਦੇ ਵਿੱਚ, ਤਾਂ ਉਹ 1.5 ਲੱਖ ਕਿਸਾਨ ਜਿਨ੍ਹਾਂ ਕੋਲੇ 1.5 ਏਕੜ ਜਾਂ 1 ਏਕੜ ਜ਼ਮੀਨ ਹੈ ਤੇ ਟਿਊਬਵੈਲ ਹੈ ਹੀ ਨਹੀਂ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪੰਜੀ ਵੀ ਨਹੀਂ ਮਿਲੀ। ਉਹ ਤਾਂ ਨਾਲ ਦੇ ਖੇਤਾਂ ਚੋਂ ਕਿਸਾਨਾਂ ਤੋਂ ਖਰੀਦ ਕੇ ਪਤਾ ਨਹੀਂ ਕਿਸ ਤਰ੍ਹਾਂ ਆਪਣਾ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੈ। ਸੋ ਜਿਹੜੀ ਤਰਕਸੰਗਤ ਕਰਨ ਵਾਲੀ ਗੱਲ ਹੈ ਉਹ ਇਹ ਹੈ, ਕਹਿਤਾ ਜਾਏ ਚਾਹੇ ਵੱਡੇ ਵਾਲੇ ਕਿਸਾਨ ਵੀ ਹੈਗੇ ਆ, ਵੀ ਇੱਕ ਮੋਟਰ ਤੇ ਹੀ ਕਿਸੇ ਨੂੰ ਪੂਰੀ ਬਿਜਲੀ ਮਿਲੂਗੀ, ਬਾਕੀ ਦੀਆਂ ਜਿਹੜੀਆਂ ਉਹਨਾਂ ਦੀ ਐਡੀਸ਼ਨਲ ਮੋਟਰਾਂ ਨੇ ਉਹਨਾਂ ਤੇ ਕਿਸੇ ਨੂੰ ਵੀ ਕੋਈ ਸਬਸਿਡੀ ਨਹੀਂ ਮਿਲੇਗੀ। ਮੈਨੂੰ ਲੱਗਦਾ ਕਿ ਜੇ ਇਕੱਲਾ ਇੰਨਾ ਕੀ ਕਰ ਲੈਣ ਤਾਂ ਵੀ ਸਾਡੀ ਹਾਫ ਬਿਜਲੀ ਜਿਹੜੀ ਹੈਗੀ ਹੈ, ਸਬਸਿਡੀ ਜਿਹੜੀ ਹੈਗੀ ਹੈ, ਉਹ ਬਚ ਸਕਦੀ ਹੈ। ਪਰ ਮੈਨੂੰ ਲੱਗ ਨਹੀਂ ਰਿਹਾ ਕਿ ਕੋਈ ਇੰਨੀ ਵਿਲ ਪਾਵਰ ਦਿਖਾਏ। ਕੋਈ ਵੀ ਚੀਫ ਮਿਨਿਸਟਰ ਨਹੀਂ ਦਿਖਾ ਰਿਹਾ। ਉਹ ਅਪੀਲ ਜ਼ਰੂਰ ਕਰਦੇ ਆ। ਮੈਨੂੰ ਲੱਗਦਾ ਕਿ ਅਪੀਲਾਂ ਨਾਲ ਗੱਲ ਨਹੀਂ ਬਣਨੀ ਪੈਣੀ, ਇੱਥੇ ਥੋੜਾ ਜਿਹਾ ਉਹ ਵੀ ਕਰਨੀ ਪਏ। ਸੇਮ ਜਿਸ ਤਰ੍ਹਾਂ ਫਾਰਮਰਸ ਦੀ ਹੈਗੀ ਹੈ, ਸੇਮ ਹੀ ਇੰਡਸਟਰੀ ਦੀ ਵੀ ਹੈਗੀ ਹੈ। ਜਿਹੜੀ ਵੱਡੀ ਇੰਡਸਟਰੀ ਹੈ ਉਹ 1500 ਕਰੋੜ ਚੋਂ 1132 ਕਰੋੜ ਰੁਪਏ ਦੀ ਸਬਸਿਡੀ ਲੈਂਦੀ ਹੈ। ਸਿਰਫ 400 ਕਰੋੜ ਜਿਹੜਾ ਪਿੱਛੇ ਬਚ ਗਿਆ, ਉਹੀ ਛੋਟੇ ਜਿਹੜੇ ਮਤਲਬ ਦੋ ਕਨਾਲਾਂ ਦੇ ਵਿੱਚ ਫੈਕਟਰੀਆਂ ਲਾ ਕੇ ਬੈਠੇ ਨੇ ਉਹਨਾਂ ਨੂੰ ਮਿਲਦੀ ਹੈ। ਬਾਕੀ ਜਿਹੜੀਆਂ ਵੱਡੀਆਂ ਫਰਮਾਂ ਨੇ ਉਹ 1100 ਕਰੋੜ 32 ਕਰੋੜ ਦਾ ਡਾਟਾ ਮੈਂ ਇਹ ਪਿਛਲੀ ਗਵਰਨਮੈਂਟ ਵੇਲੇ ਦਾ ਦੱਸ ਰਿਹਾ, ਜਦੋਂ 1500 ਕਰੋੜ ਦੀ ਸਬਸਿਡੀ ਸੀ। ਅੱਜ ਉਹ ਸਬਸਿਡੀ ਜਿਹੜੀ ਹੈ 2500 ਕਰੋੜ ਟੱਪ ਗਈ ਹੈ। ਪਰ ਤੁਸੀਂ ਉਸੇ ਪ੍ਰਪੋਰਸ਼ਨ 'ਚ ਵਧਾ ਸਕਦੇ ਹੋ। ਅੱਜ ਵੀ ਵੱਡੀ ਜਿਹੜੀਆਂ ਇੰਡਸਟਰੀਆਂ ਨੇ ਜਿਹੜੀਆਂ ਆਪਣੇ ਵੋਲਿਊਮ ਤੇ ਵੀ ਕੰਪੀਟ ਕਰ ਸਕਦੀਆਂ ਨੇ, ਉਹ ਵੀ ਜਿਹੜੀਆਂ ਹੈਗੀਆਂ ਨੇ ਮਤਲਬ ਛੋਟੇ ਇੰਡਸਟਰੀਲਿਸਟਾਂ ਦਾ ਜਿਹੜਾ ਹਿੱਸਾ ਹੈ ਉਹ ਖਾ ਰਹੀਆਂ ਨੇ। 1.5 ਲੱਖ ਕਿਸਾਨ ਅਸਲ 'ਚ ਹੱਕਦਾਰ ਹੈ। ਇਹਦਾ ਸਿੱਧਾ ਸੰਬੰਧ ਆਰਥਿਕਤਾ ਨਾਲ ਜੋੜਨਾ ਚਾਹੀਦਾ ਕਿ ਤੁਸੀਂ ਕਿੰਨੀ ਫਸਲ ਵੇਚ ਰਹੇ ਹੋ। ਇਹ ਨਹੀਂ ਕਿ ਕੋਈ ਠੇਕੇ ਤੇ ਲੈ ਕੇ ਕਰ ਰਿਹਾ ਜਾਂ ਕੋਈ ਹੋਰ ਹੈ। ਸਵਾਲ ਇਸ ਗੱਲ ਦਾ ਹੈ ਕਿ ਜਿਹੜੇ ਸੱਚਮੁੱਚ ਲੋੜਵੰਦ ਨੇ ਉਹਨਾਂ ਤੱਕ ਜਾਵੇ। ਇੰਡਸਟਰੀ ਹੋਵੇ, ਭਾਵੇਂ ਉਹ ਕੰਜ਼ਿਊਮਰ ਘਰ ਨਾਲ ਸੰਬੰਧਿਤ ਹੋਵੇ, ਡੋਮੈਸਟਿਕ ਜਿਹਨੂੰ ਕਹਿੰਦੇ ਹੋ, ਤੇ ਜਾਂ ਖੇਤੀ ਨਾਲ। ਪਰ ਇਹਦੇ ਨਾਲ ਆਪਾਂ ਥੋੜਾ ਜਿਹਾ ਅੱਗੇ ਚੱਲਾਂਗੇ। ਮੈਨੂੰ ਲੱਗਦਾ ਹੈ ਇਹ ਕਰਨਾ ਕਿਸੇ ਨੇ ਨਹੀਂ। ਗੱਲ ਤਾਂ ਇਹ ਮੋਟਾ ਜਿਹਾ ਫਾਰਮੂਲਾ ਲਾਤਾ ਜਾਂਦਾ। ਮੋਟੇ ਫਾਰਮੂਲਿਆਂ ਨਾਲ ਨਹੀਂ, ਬਹੁਤ ਬਰੀਕੀ ਨਾਲ ਸੋਚਣ ਦੀ ਲੋੜ। ਫੁਰਸਤ ਹੈ ਕਿਸੇ ਕੋਲ? ਕੀ ਹਰਪਾਲ ਸਿੰਘ ਚੀਮਾ ਨਿੱਠ ਕੇ ਬਹਿ ਕੇ ਤੇ ਸੋਚ ਸਕਦੇ? ਤਰਕਸੰਗਤ ਕਰਨ ਲੱਗਿਆ ਤੁਸੀਂ ਜੇਕਰ ਕੋਈ ਵਿਰੋਧ ਉੱਠੂਗਾ ਤੇ ਉਹਦਾ ਜਵਾਬ ਵੀ ਤੁਸੀਂ ਲੌਜਿਕ ਨਾਲ ਦੇ ਸਕਦੇ ਹੋ, ਤਰਕ ਨਾਲ ਦੇ ਸਕਦੇ ਹੋ, ਪਰ ਕਰੂਗਾ ਕੌਣ? ਡਰ ਬੜੇ ਨੇ। ਅਗਲੀ ਇਲੈਕਸ਼ਨ ਫਿਰ ਆ ਗਈ। ਜ਼ਿਮਨੀ ਚੋਣਾਂ ਨਹੀਂ ਸਾਹ ਲੈਣ ਦਿੰਦੀਆਂ, ਪੰਚਾਇਤੀ ਚੋਣਾਂ ਨਹੀਂ ਸਾਹ ਲੈਣ ਦਿੰਦੀਆਂ, ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ, ਫਿਰ ਅੱਗੇ 24 ਆ ਗਈ। ਕਿਹਨੇ ਕਰਨਾ? ਕਿਸੇ ਨੇ ਨਹੀਂ ਕਰਨਾ। ਮੈਂ ਬਹੁਤ ਤੇਜ਼ੀ ਨਾਲ ਚੱਲਣ ਲੱਗਿਆ। ਅਸੀਂ ਗੱਲ ਕਰ ਰਹੇ ਸੀ ਚੰਡੀਗੜ੍ਹ ਦੇ ਆਸ-ਪਾਸ ਦੀ। ਕਿਹੜਾ ਆਸ-ਪਾਸ? ਚੰਡੀਗੜ੍ਹ ਤੁਹਾਡਾ ਹੈਗਾ। ਚੰਡੀਗੜ੍ਹ ਦੇ ਮਾਮਲੇ 'ਚ ਇੰਦਰਪ੍ਰੀਤ ਜੀ ਬੜੀ ਸੰਖੇਪ 'ਚ ਹੁਣ ਗੱਲ ਕਰਨੀ ਹੈ, ਟੂ ਦਾ ਪੁਆਇੰਟ ਰਵਾਂਗੇ ਕਿ ਚੰਡੀਗੜ੍ਹ ਦੇ ਵਿੱਚ ਦਾਖਲ ਹੁੰਦੇ ਵਿਅਕਤੀਆਂ ਦਾ ਟਕਰਾਅ ਹੁੰਦਾ। ਕਿਉਂ ਟਕਰਾਅ ਹੁੰਦਾ? ਜਾਣਦੇ ਹੋ? 30 ਬੰਦੇ ਚੱਲੇ ਸੀ, ਕਿਉਂ ਛੇੜਦੇ ਹੋ? ਜੇ ਉਹਨਾਂ ਨੇ ਗਲਤੀ ਕੀਤੀ ਹੈ, ਬਣਦਾ ਤੁਹਾਡੇ ਕੋਲ CCTV ਫੁਟੇਜ ਹੋਣਗੀਆਂ। ਇਸ ਵੇਲੇ ਪਰਚੇ ਹੋਏ ਨੇ, FIRs ਹੋਈਆਂ ਨੇ, ਇਹ ਅਪਾਰਟ ਪਾਸੇ ਰੱਖ ਦਿਓ। ਸਵਾਲ ਇਸ ਗੱਲ ਦਾ ਹੈ ਕਿ ਚੰਡੀਗੜ੍ਹ ਜਿਹੜਾ ਪੰਜਾਬ ਦੀ ਧਰਤੀ ਤੇ ਵਸਿਆ, ਪੰਜਾਬ ਦੇ ਪਿੰਡਾਂ ਦੀ ਹਿੱਕ ਤੇ ਵਸਿਆ, ਇਹ ਸਿਟੀ ਬਿਊਟੀਫੁਲ ਪੰਜਾਬ ਦੇ ਪਿੰਡਾਂ ਦੇ ਦਰਦਾਂ ਨਾਲ ਜੁੜਿਆ। ਅਜੇ ਤੱਕ ਵੀ ਉਹ ਕਮੇਟੀਆਂ ਬਣੀਆਂ ਮੁੜ ਵਸੇਬੇ ਲਈ, ਉਹਨਾਂ ਨੂੰ ਕੱਖ ਨਹੀਂ ਮਿਲਿਆ। ਮੈਂ
ਇੱਥੇ ਤੁਹਾਡੇ ਨਾਲ ਇਹ ਪੁੱਛਣਾ ਚਾਹੁੰਦਾ ਹੈ ਕਿ ਜਿਹੜਾ ਬੰਦੀ ਸਿੱਖਾਂ ਵਾਲਾ ਮਾਮਲਾ ਕੱਲ ਦਾ ਸ਼ਾਂਤ ਤਾਂ ਲੱਗਦਾ, ਕੱਲ ਉਹ 31 ਬੰਦੇ ਜਦੋਂ ਗਏ ਨਹੀਂ ਜਾਣ ਦਿੱਤੇ, ਬਹਿ ਗਏ ਉਹ ਚੁੱਪ ਕਰਕੇ, ਲੇਕਿਨ ਉਹਨਾਂ ਦੇ ਉੱਤੇ ਇੱਕ ਤਲਵਾਰ ਲਟਕ ਗਈ ਆ। 7 ਬੰਦਿਆਂ ਤੇ ਬਾਈ ਨੇਮ ਹੋਇਆ, ਅਮਰ ਸਿੰਘ ਚਾਹਲ ਵਰਗੇ ਵਕੀਲ ਤੇ ਵੀ ਪਰਚਾ ਹੋਇਆ। ਸਵਾਲ ਇਸ ਗੱਲ ਦਾ ਹੈ ਕਿ ਤੁਸੀਂ ਚੰਡੀਗੜ੍ਹ ਦੇ ਨਜ਼ਰੀਏ ਤੋਂ ਕੋਈ ਫੈਸਲਾ ਕਿਉਂ ਨਹੀਂ ਕਰਦੇ? ਚੰਡੀਗੜ੍ਹ ਦੇ ਵਿੱਚ ਸਾਡੇ ਮੁੱਖ ਮੰਤਰੀ ਬਹਿ ਕੇ ਉਹ ਇੱਕ ਡੈਨ ਬਣਾ ਲੈਂਦੇ ਆ ਕਿ ਇੱਥੇ ਕਿਸੇ ਨੂੰ ਆਉਣ ਨਹੀਂ ਦੇਣਾ। ਚੰਡੀਗੜ੍ਹ ਦੇ ਵਿੱਚ ਸਾਡੇ ਪੋਲੀਟੀਸ਼ੀਅਨਸ ਦੀਆਂ ਕੋਠੀਆਂ ਉਹ ਕਿਤੇ ਸਮਾਨ ਤੋਂ ਉਤਰ ਆਇਆ। ਇੱਥੇ ਲੋਕਾਂ ਦੇ ਲਈ ਧਰਨੇ ਇਹਨਾਂ ਹੀ ਰਾਵਾਂ 'ਚ ਦਿੰਦੇ ਸੀ, ਇਹਨਾਂ ਦੇ ਹੀ ਪਰਚੇ ਹੋਏ ਆ। ਭਗਵੰਤ ਮਾਨ ਤੇ ਵੀ ਹੋਇਆ, ਚੰਡੀਗੜ੍ਹ ਦੇ ਮੁੱਖ ਮੰਤਰੀ ਦੀ ਕੁਰਸੀ ਘਰ ਘੇਰਨ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਦਾ। ਉਹਨਾਂ ਨੂੰ ਦਿਸਦਾ ਨਹੀਂ ਕਿ ਕਿੰਨਾ ਔਖਾ ਹੁੰਦਾ ਕੋਟਾ ਕਚਹਿਰੀਆਂ 'ਚ ਜਾਣਾ? ਘੱਟੋ ਘੱਟ ਇਸ ਸਵਾਲ ਨੂੰ ਐਡਰੈਸ ਕਰ ਦਿਓ ਕਿ ਚੰਡੀਗੜ੍ਹ ਤੇ ਤੁਹਾਡਾ ਹੱਕ ਹੈਗਾ ਕਿ ਨਹੀਂ? ਉੱਥੋਂ ਦੀ ਪੁਲਿਸ ਨਾਦਰਸ਼ਾਹੀ ਬਣ ਜਾਂਦੀ ਹੈ, ਕਿਉਂ ਬਣ ਜਾਂਦੀ ਹੈ ਜੀ? ਇਹ ਸਵਾਲ ਕੱਲਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਨਿਕਲਣ ਵਾਲੇ ਮੋਰਚੇ ਦਾ ਨਹੀਂ ਹੈ। ਤੁਸੀਂ ਦੇਖੋ ਲਗਾਤਾਰ ਇੱਥੇ ਫਾਰਮਰਸ ਵੀ ਆਉਂਦੇ ਹੈਗੇ ਆ, ਟੀਚਰਸ ਵੀ ਆਉਂਦੇ ਹੈਗੇ ਆ, ਮਨਰੇਗਾ ਲੇਬਰਸ ਵੀ ਆਉਂਦੀ ਹੈ, ਆਂਗਣਵਾੜੀ ਵਾਲੇ ਵੀ ਆਉਂਦੇ ਆ, ਹੋਰ ਸਾਰੇ ਵਰਗਾਂ ਦੇ ਸੰਬੰਧਿਤ ਉਹ ਲੋਕ ਆਉਂਦੇ ਆ ਜਿਨ੍ਹਾਂ ਨੂੰ ਜ਼ਿਲ੍ਹਿਆਂ 'ਚ ਨਹੀਂ ਸੁਣਿਆ ਜਾ ਰਿਹਾ। ਜਦੋਂ ਉਹ ਜ਼ਿਲ੍ਹਿਆਂ 'ਚ ਬੈਠ ਕੇ ਆਪਣੀਆਂ ਮੰਗਾਂ ਰੱਖਦੇ ਆ, ਕੋਈ ਸੁਣਨ ਵਾਲਾ ਨਹੀਂ ਹੁੰਦਾ ਉਹਨਾਂ ਨੂੰ। ਉਦੋਂ ਉਹ ਕਰਦੇ ਆ ਵੀ ਚਲੋ ਆਪਾਂ ਨਿੱਠ ਕੇ ਜਾ ਕੇ ਮੁੱਖ ਮੰਤਰੀ ਨੂੰ ਸੁਣਾਈਏ ਆਪਣੀ ਗੱਲ। ਹੁਣ ਜੇ ਇੱਕ ਪੰਜਾਬ ਦਾ ਬਸਿੰਦਾ ਆਪਣੇ ਮੁੱਖ ਮੰਤਰੀ ਨੂੰ ਸੁਣਾਉਣ ਲਈ ਆਪਣੀ ਰਾਜਧਾਨੀ 'ਚ ਵੀ ਨਹੀਂ ਆ ਸਕਦਾ ਤਾਂ ਫਿਰ ਉਹ ਜਾਏਗਾ ਕਿੱਥੇ? ਫਿਰ ਤੁਸੀਂ ਕਹਿੰਦੇ ਹੋ ਕਿ ਇਸ ਤਰ੍ਹਾਂ ਦੇ ਉਪਦਰਵ ਹੋ ਜਾਂਦੇ ਆ। ਉਪਦਰਵ ਨੂੰ ਇਨਵਾਈਟ ਕੌਣ ਕਰ ਰਿਹਾ? ਕੀ ਭਗਵੰਤ ਮਾਨ ਹੋਰਾਂ ਨੇ ਇਹ ਕੋਸ਼ਿਸ਼ ਕੀਤੀ ਕਿ ਉਹ ਖੁਦ ਉੱਥੇ ਜਾ ਕੇ ਇਹਨਾਂ ਦੀ ਨੂੰ ਸੁਣ ਲੈਣ ਤਾਂ ਕਿ ਮਸਲਾ ਹੱਲ ਹੋ ਜੇ? ਮੈਂ ਇਸ ਭਗਵੰਤ ਮਾਨ ਹੋਰਾਂ ਦਾ ਨਾਂ ਇਸ ਕਰਕੇ ਲੈ ਰਿਹਾ ਕਿਉਂਕਿ ਭਗਵੰਤ ਮਾਨ ਹੋਣੀ ਜਦੋਂ ਸਾਰੇ ਓਪੋਜੀਸ਼ਨ 'ਚ ਸੀਗੇ, ਇਹ ਹਰਪਾਲ ਚੀਮਾ, ਬਲਜਿੰਦਰ ਕੌਰ, ਇਹ ਸਾਰੇ ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਨ ਆਏ ਸੀ ਤਾਂ ਚੰਡੀਗੜ੍ਹ ਪੁਲਿਸ ਨੇ ਇਸੇ ਤਰ੍ਹਾਂ ਹੀ ਉਹਨਾਂ ਦੇ ਖਿਲਾਫ ਪਰਚਾ ਕੀਤਾ, ਜਿਹਦੀ ਪੇਸ਼ੀ ਹਜੇ 3 ਦਿਨ ਪਹਿਲਾਂ ਹੀ, ਜਿਸ ਦਿਨ ਇਹ ਹੋਇਆ ਉਸ ਤੋਂ ਠੀਕ 2 ਦਿਨ ਪਹਿਲਾਂ ਉਸੇ ਕੇਸ ਦੀ ਪੇਸ਼ੀਆਂ ਭੁਗਤੀਆਂ ਨੇ ਉਹਨਾਂ ਨੇ, ਉਹਨਾਂ ਕੇਸਾਂ ਦੇ ਵਿੱਚ ਹੀ। ਸੋ ਸਵਾਲ ਉੱਥੇ ਹੀ ਖੜਾ ਹੈ ਵੀ ਜੇ ਭਗਵੰਤ ਮਾਨ ਹੋਰਾਂ ਨੂੰ ਤਾਂ ਘੱਟੋ ਘੱਟ ਪਤਾ ਹੈ ਨਾ ਕਿ ਇਹ ਇਸ਼ੂ ਕਿੰਨਾ ਇੰਪੋਰਟੈਂਟ ਹੈ, ਵੀ ਲੋਕ ਵੀ ਸਾਡੇ ਦੇ ਕੇਸ ਚੱਲ ਰਿਹਾ, ਮੈਨੂੰ ਪਤਾ ਹੋਵੇ ਕਿ ਵੀ ਹੁਣ ਮੈਂ ਪਾਵਰ 'ਚ ਆ ਗਿਆ ਤਾਂ ਘੱਟੋ ਘੱਟ ਮੈਂ ਹੁਣ ਠੀਕ ਕਰ ਲਾਂ ਉਸ ਚੀਜ਼ ਨੂੰ, ਵੀ ਯਾਰ ਮੈਂ ਅੱਗੇ ਤੋਂ ਕਿਸੇ ਦੇ ਪਰਚੇ ਇਸ ਤਰ੍ਹਾਂ ਦੇ ਨਹੀਂ ਹੋਣ ਦੇਣੇ। ਉਹ ਵੀ ਠੀਕ ਨਹੀਂ ਕਰ ਰਹੇ, ਉਹ ਵੀ ਉਸੇ ਤਰ੍ਹਾਂ ਦੀ ਉਸ ਤੇ ਲੀਕ ਤੇ ਚੱਲ ਰਹੇ ਨੇ ਜਿਹੜੀਆਂ ਲੀਕਾਂ ਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਚੱਲਦੇ ਰਹੇ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਚੱਲਦੇ ਰਹੇ ਨੇ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਠੀਕ ਕਰਨ ਵਾਲੀ ਗੱਲ ਸੀਗੀ ਜੋ ਇਹ ਚੂਕ ਗਿਆ ਭਗਵੰਤ ਮਾਨ ਹੋਣੀ। ਜੀ ਭਾਸਕਰ ਸਾਹਿਬ, 3 ਖਬਰਾਂ ਇਹਦੇ ਤੇ ਟਿੱਪਣੀ ਤਾਂ ਤੁਸੀਂ ਦਿਓ ਬਹੁਤ ਸੰਖੇਪ ਚ, ਪਰ 3 ਖਬਰਾਂ ਮੈਂ ਇਕੱਠੀਆਂ ਤੁਹਾਡੇ ਵੱਲ ਲੈ ਕੇ ਆ ਰਿਹਾ। ਇੱਕ ਖਬਰ ਤਾਂ ਹੈਗੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਕਰਪਸ਼ਨ ਦੇ ਖਿਲਾਫ ਮੂਵਮੈਂਟ ਚੋਂ ਨਿਕਲ ਕੇ ਆਈ ਹੈ, ਹੁਣ ਵੀ ਲੱਤ ਡਾ ਕੇ ਲੜ ਰਹੀ ਹੈ ਕਰਪਸ਼ਨ ਦੇ ਖਿਲਾਫ। ਜੇ ਉਹਦੇ ਉੱਤੇ ਹਰਫ ਆਵੇ ਕਿ ਕੋਈ ਉਹ ਫਰਮ ਜਿਹੜੀ ਉਹਦੇ ਲਈ ਇਸ਼ਤਿਹਾਰਬਾਜ਼ੀ ਦਾ ਪ੍ਰਬੰਧ ਕਰਦੀ, ਉਹਦੇ ਡਾਇਰੈਕਟਰ ਨੂੰ ਈਡੀ ਗ੍ਰਿਫਤਾਰ ਕਰ ਲਏ 30 ਕਰੋੜ ਰੁਪਏ ਦੇ ਅਵੈਧ ਲੈਣ ਦੇਣ ਦੇ ਮਾਮਲੇ 'ਚ, ਤੇ ਇਹ ਵੀ ਇੱਕ ਮਸਲਾ ਹੈ, ਇਹਦੇ ਤੇ ਜ਼ਰੂਰ ਚਰਚਾ ਕਰਨੀ ਬਣਦੀ ਹੈ। ਦੂਜਾ ਮਾਮਲਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਬੱਸਾਂ ਨੂੰ, ਇਹ ਆਮ ਖਬਰ ਪੁਸ਼ਟੀ ਹੋ ਰਹੀ ਹੈ ਕਿ ਹਾਈ ਕੋਰਟ 'ਚੋਂ ਰਾਹਤ ਮਿਲ ਗਈ। ਆਖਿਰਕਾਰ ਇਹੋ ਜਿਹੇ ਫੈਸਲੇ ਲੈਣ ਲੱਗਿਆ ਸਰਕਾਰਾਂ ਕੀ ਕਿਸੇ ਘੱਟੋ ਘੱਟ ਤਰਕ ਤੇ ਚੱਲਦੀਆਂ ਨੇ? ਕੋਈ ਇਹਦਾ ਕੋਈ ਕਾਨੂੰਨੀ ਆਧਾਰ ਹੁੰਦਾ ਹੈ? ਇਹਦੇ ਲਈ ਕੋਈ ਤਰੀਕਾਕਾਰ ਹੁੰਦਾ? ਇਹ ਗਲਤੀ ਹੈ ਨਹੀਂ ਗਲਤੀ ਇਹਦੇ ਉੱਤੇ? ਤੇ ਤੀਜੀ ਖਬਰ ਜਿਹੜੀ 1000 ਰੁਪਇਆ ਮਿਲਣ ਵਾਲਾ ਔਰਤਾਂ ਨੂੰ, ਇਹ ਖਬਰ ਪੰਜਾਬ ਦੀਆਂ ਔਰਤਾਂ ਲਈ ਤਾਂ ਬੜੀ ਮਾਇਨੇ ਖੇਜ ਹੈ, ਪਰ ਮੈਨੂੰ ਲੱਗਦਾ ਪੰਜਾਬ ਦੇ ਬਜਟ ਦੇ ਨਜ਼ਰੀਏ ਤੋਂ ਇੱਕ ਬਹੁਤ ਬਲੰਡਰ ਮੰਨੀ ਜਾਊਗੀ ਅੱਗੇ ਜਾ ਕੇ। ਤੁਸੀਂ ਫਿਰ ਇੱਥੇ ਆਰਥਿਕਤਾ ਨੂੰ ਆਧਾਰ ਨਹੀਂ ਬਣਾ ਰਹੇ, ਹਰ ਔਰਤ ਨੂੰ ਪੈਸੇ ਦੇਣਾ ਚਾਹੁੰਦੇ ਹੋ। ਕੀ ਇਹ ਵੋਟਾਂ ਲੈਣ ਲਈ ਤਾਂ ਬਹੁਤ ਬਿਹਤਰ ਸਲੋਗਨ ਹੈ, ਅਦਰਵਾਈਜ਼ ਇਹਨੂੰ ਕਿਵੇਂ ਲਓਗੇ? ਮੈਂ ਇਹ 3 ਮਾਮਲੇ ਤੁਹਾਡੇ ਨਾਲ ਇਕੱਠੇ ਲੈ ਕੇ ਆਇਆ। ਜਿੱਥੇ ਤੱਕ ਈਡੀ ਦੀ ਗੱਲ ਹੈਗੀ ਹੈ ਔਰ ਦਿੱਲੀ ਦੀ ਐਕਸਾਈਜ਼ ਪਾਲਿਸੀ ਦੀ ਗੱਲ ਹੈਗੀ ਹੈ, ਤੇ ਈਡੀ ਫੜ ਲਓ ਮੋੜ ਤੇ ਆ ਗਈ, ਤੇ ਉਹ ਜਿੱਦਾਂ ਕਹਿੰਦੇ ਨਾ ਸਾਰੇ ਫੜੇ ਜਾਣਗੇ, ਉਸ ਮੋੜ ਦੇ ਵਿੱਚ ਵੀ ਆਂਦੀ ਲੱਗਦੀ ਹੈ। ਹੁਣ ਫੜ ਲਏ ਰਾਜੇਸ਼ ਜੋਸ਼ੀ, ਕੱਲ ਗੌਤਮ ਮਲਹੋਤਰਾ ਦੀ ਗੱਲ ਚੱਲੀ ਸੀ, ਜਿਹੜੇ ਦੀਪ ਮਲਹੋਤਰਾ ਦੇ ਬੇਟੇ ਨੇ, ਉਹਨਾਂ ਨੂੰ ਫੜਿਆ ਸੀਗਾ, ਤੇ ਅੱਜ ਰਾਜੇਸ਼ ਜੋਸ਼ੀ ਹੈ ਕੌਣ? ਰਾਜੇਸ਼ ਜੋਸ਼ੀ ਇੱਕ ਫਰਮ ਚਲਾਉਂਦੇ ਨੇ ਮੀਡੀਆ ਪ੍ਰਮੋਸ਼ਨ ਯਾਨੀ ਪਬਲਿਸਿਟੀ ਦੇ ਵਾਸਤੇ, ਜਿਹਨਾਂ ਦੀ ਫਰਮ ਦਾ ਨਾਮ ਹੈ ਸ਼ੈਰੀਅਟ ਪ੍ਰੋਡਕਸ਼ਨਸ ਮੀਡੀਆ ਪ੍ਰਾਈਵੇਟ ਲਿਮਿਟਿਡ। ਔਰ ਇਹਨਾਂ ਦੇ ਉੱਤੇ ਇਲਜ਼ਾਮ ਕੀ ਹੈ ਕਿ 30 ਕਰੋੜ ਰੁਪਏ ਦਾ ਇਹਨਾਂ ਨੇ ਲੈਣ ਦੇਣ ਕੀਤਾ, ਕਿਹਦੇ ਨਾਲ, ਕਿਹਦੇ ਜ਼ਰੀਏ? ਉਹ ਜਿਹੜਾ ਦਿਨੇਸ਼ ਅਰੋੜਾ ਹੈ। ਦਿਨੇਸ਼ ਅਰੋੜਾ ਕੌਣ ਹੈ? ਜਿਹਦੀ ਗਵਾਹੀ ਦੇ ਉੱਤੇ ਜਿਹੜਾ ਹੁਣ ਸਰਕਾਰੀ ਗਵਾਹ ਬਣ ਚੁੱਕਿਆ ਹੈ ਇਸ ਪੂਰੀ ਐਕਸਾਈਜ਼ ਪਾਲਿਸੀ ਦੇ ਵਿੱਚ। ਔਰ ਕਦੀ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਸੀ ਕਿ ਮਨੀਸ਼ ਸਿਸੋਦੀਆ ਉਹਨਾਂ ਦੇ ਬੜੇ ਖਾਸ ਨੇ, ਉਹਨਾਂ ਦੀ ਹੀ ਗਵਾਹੀ ਦੇ ਉੱਤੇ ਗੌਤਮ ਮਲਹੋਤਰਾ ਉਹਨਾਂ ਨੂੰ ਫੜਿਆ ਜਾਂਦਾ ਹੈ, ਉਹਨਾਂ ਦੀ ਗਵਾਹੀ ਦੇ ਉੱਤੇ ਹੀ ਵਿਜੇ ਨਾਇਰ ਉਹਨਾਂ ਨੂੰ ਫੜਿਆ ਜਾਂਦਾ। ਔਰ 12% ਜਿਹੜੀ ਹੋਲਸੇਲਰ ਦੀ ਕਮਿਸ਼ਨ ਸੀਗੀ, ਉਹਦੇ ਵਿੱਚੋਂ 6% ਕਮਿਸ਼ਨ ਟੇਬਲ ਦੇ ਥੱਲੇ ਤੋਂ ਕਿੱਦਾਂ ਲੈਣਾ ਹੈ, ਉਹਦੀ ਕਵਾਇਦ ਵੀ ਦਿਨੇਸ਼ ਅਰੋੜਾ ਦੇ ਜ਼ਰੀਏ ਰਚੀ ਗਈ ਸੀ, ਜੋ ਹੁਣ ਸਰਕਾਰੀ ਗਵਾਹ ਬਣ ਚੁੱਕੇ ਨੇ।
ਰਾਜੇਸ਼ ਜੋਸ਼ੀ ਨੇ ਵੀ ਦਿਨੇਸ਼ ਅਰੋੜਾ ਦੇ ਜ਼ਰੀਏ 30 ਕਰੋੜ ਰੁਪਏ ਲਿੱਤੇ ਸੀਗੇ ਗੋਆ ਦੇ ਇਲੈਕਸ਼ਨ ਦੇ ਵਿੱਚ ਪਬਲਿਸਿਟੀ ਕਰਨ ਵਾਸਤੇ। ਉਹਨਾਂ ਐਡਵਰਟਾਈਜ਼ਮੈਂਟ ਦਾ ਇੱਕ ਖਰਚਾ ਆਮ ਆਦਮੀ ਪਾਰਟੀ ਦੇ ਉੱਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਪਾ ਵੀ ਚੁੱਕੇ ਨੇ। ਹਾਲਾਂਕਿ ਨੋਟਿਸ ਦੇਣ ਤੋਂ ਬਾਅਦ ਕੀ ਕੋਈ ਕੁੜਕੀ ਕੜਕੀ ਹੋਈ ਇਹਦਾ ਤਾਂ ਨਹੀਂ ਜ਼ਿਕਰ ਆਇਆ, ਪਰ ਹਾਂ ਇਸ ਮੁੱਦੇ ਦੇ ਉੱਤੇ ਈਡੀ ਫੜ ਲਓ ਮੋੜ ਦੇ ਵਿੱਚ ਆ ਚੁੱਕੀ ਹੈ। ਹੁਣ ਗੱਲ ਕਰੀਏ ਉਹ ਜਿਹੜੀ ਬੱਸਾਂ, ਇੰਡੋ ਕੈਨੇਡੀਅਨ ਬੱਸਾਂ, ਜਿਹਦਾ ਜ਼ਿਕਰ ਭਗਵੰਤ ਮਾਨ ਹੋਣਾ ਔਰ ਕੇਜਰੀਵਾਲ ਹੋਣਾ ਖਾਸ ਤੌਰ ਤੇ ਤਦ ਜਦ ਜਲੰਧਰ ਦੇ ਵਿੱਚ ਆ ਕੇ 에ਅਰਪੋਰਟ ਦੇ ਵਿੱਚ ਪੰਜਾਬ ਰੋਡਵੇਜ਼ ਦੀ ਬੱਸਾਂ ਨੂੰ ਹਰੀ ਝੰਡੀ ਦਿਖਾ ਰਹੇ ਸੀਗੇ। ਉਹਨਾਂ ਨੇ ਕੋਸ਼ਿਸ਼ ਹੈ ਸੀਗੀ ਕਿ ਵੀ ਇਹਨਾਂ ਬੱਸਾਂ ਨੂੰ ਇੰਡੋ ਕੈਨੇਡੀਅਨ ਨੂੰ ਇਹਦੇ ਤੋਂ ਨੁਕਸਾਨ ਹੋਏਗਾ, ਪਰ ਜਿਹੜੀ ਹੁਣ ਗੱਲ ਹਾਈ ਕੋਰਟ ਤੋਂ ਨਿਕਲ ਕੇ ਆਈ ਹੈ ਇਹ ਹੈਗੀ ਹੈ ਰਾਜਾ ਵੜਿੰਗ ਉਹਨਾਂ ਦੇ ਟਾਈਮ ਦੀ। ਜਿਸ ਤਰੀਕੇ ਨਾਲ ਰਾਜਾ ਵੜਿੰਗ ਉਹਨਾਂ ਨੇ ਬਾਦਲਾਂ ਦੀ ਬੱਸਾਂ ਨੂੰ ਬੰਦ ਕੀਤਾ ਸੀਗਾ ਔਰ 에ਅਰਪੋਰਟ ਜਾਣ ਵਾਲੀ 3 ਬੱਸਾਂ ਦੇ ਤੇ ਪਰਮਿਟ ਵੀ ਕੈਂਸਲ ਕਰਨ ਦੀ ਗੱਲ ਕੀਤੀ ਸੀ। ਹੁਣ ਹਾਈ ਕੋਰਟ ਨੇ ਇਹਦੇ ਉੱਤੇ ਸੁਣਵਾਈ ਕਰਦੇ ਹੋਏ 2 ਰੀਜ਼ਨ ਦਿੱਤੇ ਨੇ, ਕਿਉਂਕਿ ਐਲੀਗੇਸ਼ਨ ਉਹਨਾਂ ਦੇ ਉੱਤੇ ਸੀਗਾ ਕਿ ਇਹ ਕੰਟਰੈਕਟ ਕੈਰੇਜ ਦੀ ਬੱਸਾਂ ਸੀਗੀ ਜਿਹੜੀ ਸਪੋਜ਼ ਜਲੰਧਰ ਜਾਂ ਅੰਮ੍ਰਿਤਸਰ ਤੋਂ ਚੱਲਦੀ ਹੈ ਤੇ ਰਸਤੇ ਦੇ ਵਿੱਚ ਸਵਾਰੀਆਂ ਨਹੀਂ ਕੈਰੀ ਕਰ ਸਕਦੀ। ਹਾਈ ਕੋਰਟ ਨੇ ਇਸ ਸੁਣਵਾਈ ਔਰ ਇਸ ਆਰਡਰ ਦੇ ਜ਼ਰੀਏ ਇਹ ਗੱਲ ਨੂੰ ਕਲੈਰੀਫਾਈ ਕੀਤਾ ਹੈ ਕਿ ਹਾਂ ਕੰਟਰੈਕਟ ਕੈਰੇਜ ਦੀ ਬੱਸਾਂ ਤੇ ਹੈਗੀ ਹੈ ਔਰ ਸਟੇਜ ਕੈਰੇਜ ਦੇ ਅੰਤਰਗਤ ਇਹ ਬੱਸਾਂ ਨਹੀਂ ਚਲਾਈ ਜਾ ਸਕਦੀ, ਪਰ ਜਿੱਥੇ ਕੰਟਰੈਕਟ ਕੈਰੇਜ ਹੁੰਦਾ ਹੈ ਉਹਦੇ ਵਿੱਚ ਜੇ ਅੰਮ੍ਰਿਤਸਰ ਤੋਂ ਕੋਈ ਪੈਸੇਂਜਰ ਦੀ ਲਿਸਟ ਬਣ ਜਾਂਦੀ ਹੈ ਉਹਨਾਂ ਪੈਸੇਂਜਰਸ ਨੂੰ ਰਸਤੇ ਦੇ ਵਿੱਚ ਚੱਕਣ ਦੇ ਵਿੱਚ ਕੋਈ ਗਲਤੀ ਨਹੀਂ ਹੈ ਔਰ ਇਹਨਾਂ ਬੱਸਾਂ ਦੇ ਪਰਮਿਟ ਰਿਜ਼ਿਊਮ ਕਰਨ ਦੇ ਆਰਡਰ ਹਾਈ ਕੋਰਟ ਨੇ ਦਿੱਤੇ ਹੈ। ਔਰ ਇਹ ਆਪਣੇ ਆਪ ਵਿੱਚ ਸੁਖਬੀਰ ਬਾਦਲ ਉਹਨਾਂ ਵਾਸਤੇ ਜੋ ਕਈ ਵਾਰ ਨਾਰਾਜ਼ ਹੋ ਜਾਂਦੇ ਨੇ ਜਦ ਟਰਾਂਸਪੋਰਟ ਮਾਫੀਆ ਦੀ ਗੱਲ ਆਉਂਦੀ ਹੈ ਔਰ ਉਹ ਨੋਟਿਸ ਤੱਕ ਵੀ ਦੇ ਦਿੰਦੇ ਨੇ, ਪਰ ਚਲੋ ਹੁਣ ਇਹ ਗੱਲ ਇਹ ਰਾਹਤ ਤੇ ਉਹਨਾਂ ਨੂੰ ਮਿਲੀ ਹੈ। ਤੀਜੀ ਖਬਰ ਤੁਸੀਂ ਜਿਹੜੀ ਪੁੱਛੀ ਹੈ ਕਿ ਤੀਜੀ ਖਬਰ 1000 ਰੁਪਏ ਵਾਲੀ ਹੈ ਜਿਹੜੀ 1000 ਰੁਪਏ ਦੇਣ ਦਾ ਮਾਮਲਾ ਸੀ। ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਖੈਰ ਬਾਅਦ ਚੋਂ ਬਣੀ, ਪਰ ਗਰੰਟੀਆਂ ਦੇ ਰੂਪ ਵਿੱਚ ਕੀਤਾ ਗਿਆ ਸੀਗਾ ਕੈਂਪੇਨ ਦੇ ਦੌਰਾਨ। ਹੁਣ 11 ਮਹੀਨੇ ਤਕਰੀਬਨ ਸਰਕਾਰ ਨੂੰ ਹੋ ਗਏ, ਉਹ 1000 ਰੁਪਏ ਜਨਾਨੀਆਂ ਵੇਟ ਕਰ ਰਹੀਆਂ ਕਿ ਕਦੋਂ ਆਏਗਾ। ਉਹਦੀ ਇੱਕ ਖਬਰ ਜੀ ਜ਼ਰੂਰ ਲੱਗੀ ਹੈ ਕਿ ਵੀ ਆਉਣ ਵਾਲੇ ਸਾਲ ਦੇ ਵਿੱਚ ਉਹ 1000 ਰੁਪਏ ਦਿੱਤਾ ਜਾ ਸਕਦਾ ਹੈ, ਪਰ ਤੁਸੀਂ ਜਿਹੜੇ ਹੁਣ ਮਹੀਨੇ ਤੱਕ ਬਜਟ ਆ ਰਿਹਾ ਉਹਦੇ ਵਿੱਚ ਕੋਈ ਉਮੀਦ ਨਾ ਰੱਖਣਾ। ਜੇ ਉਹਦੇ ਵਿੱਚ 1000 ਰੁਪਏ ਦਾ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ ਤਾਂ ਇਹਦਾ ਮਤਲਬ ਨਹੀਂ ਹੈ ਤੁਹਾਨੂੰ ਨਹੀਂ ਮਿਲਣਗੇ। ਬੜੀ ਛੇਤੀ 12000 ਕਰੋੜ ਰੁਪਏ ਦਾ ਸਰਕਾਰ ਬੰਦੋਬਸਤ ਕਰ ਰਹੀ ਹੈ, ਕਿਉਂਕਿ ਇਸ ਸਕੀਮ ਨੂੰ ਚਲਾਉਣ ਵਾਸਤੇ 1000 ਕਰੋੜ ਰੁਪਇਆ ਹਰ ਮਹੀਨੇ ਚਾਹੀਦਾ ਹੈ। ਪਰ ਨਾਲ ਦੇ ਨਾਲ ਉਸ ਹੀ ਖਬਰ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ ਵੀ ਸਾਰੇ ਨਾ ਉਮੀਦ ਕਰੋ। ਹੁਣ ਜਿਹੜੇ ਵੱਡੇ ਵੱਡੇ ਘਰਾਂ ਦੀ ਅਗਰ ਮਹਿਲਾਵਾਂ ਵੀ ਉਸ 1000 ਰੁਪਏ ਦੀ ਵੇਟ ਕਰਨੀ ਸ਼ੁਰੂ ਕਰ ਦੇਣਗੀ ਤੇ ਫਿਰ ਔਖਾ ਹੋਏਗਾ। ਉਹਦੇ ਵਿੱਚ ਵੀ ਤਰਕਸ਼ੀਲ ਬਣਾਉਣ ਦੀ ਗੱਲ ਤੁਰੀ ਹੈ, ਰੈਸ਼ਨਲਾਈਜੇਸ਼ਨ ਦੀ ਗੱਲ ਤੁਰੀ ਹੈ, ਜਿਹੜੀ ਦੂਜੀ ਸਬਸਿਡੀਆਂ ਦੇ ਉੱਤੇ ਵੀ ਕਰ ਰਹੀ ਹੈ। ਜਿਹਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ, ਜਿਹਨੂੰ ਇਸ 1000 ਰੁਪਏ ਦੀ ਲੋੜ ਹੈ, ਸ਼ਾਇਦ ਸਰਕਾਰ ਹੁਣ ਆਪਣੀ ਗਾਰੰਟੀ ਦੇ ਵਿੱਚੋਂ ਥੋੜੀ ਜਿਹੀ ਗਾਰੰਟੀ ਘੱਟ ਕਰਕੇ ਸਿਰਫ ਉਹਨਾਂ ਵਿਮਨ ਨੂੰ ਦੇਗੀ ਪੈਸਾ ਜਿਨ੍ਹਾਂ ਨੂੰ ਲੋੜ ਹੈਗੀ। 12000 ਕਰੋੜ ਕਿਹੜੀ ਪ੍ਰਾਪਰਟੀ ਗਹਿਣੇ ਰੱਖ ਕੇ ਲੈਣਾ, ਇਹ ਪੁੱਛ ਲੈਣਾ ਚਾਹੀਦਾ। ਪਰ ਮੈਂ ਥੋੜਾ ਜਿਹਾ ਇਹਦੇ 'ਚ ਇੱਕ ਗੱਲ ਜ਼ਰੂਰ ਕਹਿ ਦੂੰਗਾ ਕਿ ਜਦੋਂ ਈਡੀ ਨਾਲ ਜੁੜੇ ਮਾਮਲਿਆਂ ਦਾ ਅਸੀਂ ਜ਼ਿਕਰ ਕਰਦੇ ਹਾਂ, ਕਿਸੇ ਦਿਨੇਸ਼ ਅਰੋੜਾ ਦਾ ਹੋਵੇ ਜਾਂ ਕਿਸੇ ਡਾਇਰੈਕਟਰ ਪ੍ਰਮੋਸ਼ਨਸ ਦਾ ਹੋਵੇ, ਉਦੋਂ ਸਾਡਾ ਮਕਸਦ ਇਹ ਨਹੀਂ ਹੈ ਕਿ ਅਸੀਂ ਕਿਸੇ ਮਾਮਲੇ ਨੂੰ ਬਿਨਾਂ ਤੱਥਾਂ ਤੋਂ ਅੱਗੇ ਵਧਾਈਏ। ਇਹ ਮਾਮਲੇ ਈਡੀ ਵੱਲੋਂ ਸਮੇਂ-ਸਮੇਂ ਤੇ ਲੀਕ ਹੁੰਦੇ, ਅਖਬਾਰਾਂ 'ਚ ਪ੍ਰਕਾਸ਼ਿਤ ਹੁੰਦੇ, ਵੇਰਵਿਆਂ ਤੇ ਆਧਾਰਿਤ ਹੁੰਦੇ ਆ, ਸਰੋਤਾਂ ਤੇ ਆਧਾਰਿਤ ਹੁੰਦੇ ਆ। ਸੋ ਅਸੀਂ ਇਹਦੀ ਆਖਰ ਤੱਕ ਉਡੀਕ ਕਰਨ ਨੂੰ ਤਰਜੀਹ ਜ਼ਰੂਰ ਦੇਵਾਂਗੇ ਕਿ ਇਹ 'ਚੋਂ ਨਿਕਲ ਕੇ ਕੀ ਆਉਂਦਾ। ਇਹ ਪੋਲੀਟੀਕਲ ਸਕੋਰ ਸੈੱਟ ਕਰਨ ਦਾ ਮਾਮਲਾ ਤਾਂ ਨਹੀਂ ਸਿਰਫ ਬਣ ਕੇ ਰਹਿ ਜਾਂਦਾ। ਪਰ ਆਖਰੀ ਗੱਲ ਇੰਦਰਪ੍ਰੀਤ ਜੀ ਬੜੀ ਅਹਿਮ ਆ, ਬੜੀ ਸੰਖੇਪ 'ਚ ਲੈਣੀ ਆ ਕਿ ਸਿਰਸੇ ਵਾਲੇ ਸਾਧ ਨੂੰ, ਮੈਂ ਸਾਧ ਜਦੋਂ ਕਹਿੰਦਾ ਸਾਧ ਹੀ ਸਾਰੇ ਹੀ ਸਾਧ ਹੁੰਦੇ ਆ, ਪਰ ਉਹਦੇ ਤੇ ਦੋਸ਼ ਬਹੁਤ ਜ਼ਿਆਦਾ ਹੈ। ਉਹਨੂੰ ਪੈਰੋਲ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਹਾਈ ਕੋਰਟ 'ਚ ਜਾਂਦੀ ਹੈ ਕਿ ਇਹਨੂੰ ਪੈਰੋਲ ਕਿਉਂ ਦੇਈ ਜਾਂਦੇ ਹੋ ਬਾਰ-ਬਾਰ, ਤੇ ਉਹਦੇ ਉੱਤੇ ਨੋਟਿਸ ਜਾਰੀ ਹੁੰਦਾ ਹੈ। ਇਹਨੂੰ ਸਿੰਪਲ ਜੇ ਸ਼ਬਦਾਂ 'ਚ ਐਡਰੈਸ ਕਰ ਦਿਓ। ਦੇਖੋ ਕੱਲ ਜਿਹੜਾ ਇਹ ਕੇਸ ਲੱਗਿਆ ਸੀਗਾ, ਕੱਲ ਦੀ ਸੁਣਵਾਈ ਹੋਈ ਹੈ ਤੇ ਉਹ ਡੇਟ ਉਹਦੀ ਪਾਤੀ ਹੈ 17 ਤਰੀਕ। ਸ਼੍ਰੋਮਣੀ ਕਮੇਟੀ ਨੇ ਉਹਦੇ ਵਿੱਚ ਇਹ ਕਿਹਾ ਹੈ, ਉਹਨੇ 3 ਇਸ਼ੂਜ਼ ਤੇ ਗੱਲ ਕੀਤੀ ਹੈ। ਇੱਕ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਬਹੁਤ ਸੰਗੀਨ ਆਰੋਪ ਨੇ ਔਰ ਤੈਅ ਹੋਏ ਨੇ, ਉਸ 'ਚ ਸਜ਼ਾ ਮਿਲੀ ਹੋਈ ਹੈ, ਬੰਦਾ ਸਜ਼ਾ ਯਾਫਤਾ ਹੈ। ਅਗਰ ਉਹ ਬੰਦਾ ਬਾਹਰ ਆਂਦਾ ਹੈ ਤਾਂ ਇਹਦੇ ਨਾਲ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੋਣ ਦਾ ਡਰ ਹੈ। ਦੂਸਰਾ ਉਹਨਾਂ ਨੇ ਜਿਹੜਾ ਆਰੋਪ ਲਗਾਇਆ, ਉਹਨਾਂ ਦੇ ਵਕੀਲ ਨੇ, ਮੈਨੂੰ ਪਤਾ ਨਹੀਂ ਹੈ ਕਿ ਉਹਦੀ ਪਟੀਸ਼ਨ ਦਾ ਹਿੱਸਾ ਹੈ ਕਿ ਨਹੀਂ, ਲੇਕਿਨ ਕੱਲ ਉਹਨਾਂ ਨੇ ਬਾਹਰ ਆ ਕੇ ਮੀਡੀਆ ਨਾਲ ਗੱਲ ਕਰਦੇ ਹੋਏ ਜ਼ਰੂਰ ਕਿਹਾ ਕਿ ਇਹ ਉਹ ਬੰਦਾ ਹੈ ਜਿਹਦੇ ਉੱਤੇ ਬੇਅਦਬੀ ਦੇ ਆਰੋਪ ਨੇ ਔਰ ਇਹਨਾਂ ਦੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਫਾੜਿਆ, ਸਿੱਟਿਆ, ਇਸ ਕਰਕੇ ਆਰੋਪ ਨੇ। ਅਗਰ ਤੁਸੀਂ ਇਹਨਾਂ ਨੂੰ ਛੋੜ ਦਿਓ
ਤਾਂ ਇਹ ਪੰਜਾਬ ਵਾਸਤੇ ਬਹੁਤ ਖਤਰਨਾਕ ਹੁੰਦਾ ਹੈ। ਔਰ ਸਾਡੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ, ਸਾਡਾ ਸੌਹਾਰਦ ਹੈ, ਉਹ ਸਾਰਾ ਵਿਗੜ ਸਕਦਾ ਹੈ। ਇਹ 2-3 ਇਸ਼ੂ ਜਿਹੜੇ ਹੈਗੇ ਨੇ, ਮੈਨੂੰ ਲੱਗਦਾ ਜਿਹੜੇ ਉਹਨਾਂ ਨੇ ਉਠਾਏ ਹੈ, ਇਹ ਬਹੁਤ ਅਹਿਮ ਨੇ ਔਰ ਉਹਨਾਂ ਨੂੰ ਸਫਲਤਾ ਕਿਵੇਂ ਮਿਲਦੀ ਹੈ, ਹਜੇ ਤਾਂ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਰਕਾਰਾਂ ਨੂੰ ਜਵਾਬ ਦੇਣ ਲਈ ਕਿਹਾ, ਪਰ ਐਸਜੀਪੀਸੀ ਨੇ ਇਹ ਪ੍ਰਯਾਸ ਅੱਛਾ ਕਰ ਲਿਆ ਕਿ ਐਟਲੀਸਟ ਇੱਕ ਬੰਦੇ ਨੂੰ ਬਿਨਾਂ ਵਜ੍ਹਾ ਤੋਂ ਬਾਰ-ਬਾਰ ਤੁਸੀਂ 10 ਦਿਨ ਅੰਦਰ ਰੱਖਦੇ ਹੋ ਔਰ 40-40 ਦਿਨ ਦੀ ਪੈਰੋਲ ਦੇ ਦਿੰਦੇ ਹੋ, ਤਾਂ ਇਹ ਕੋਈ ਠੀਕ ਨਹੀਂ ਹੈ, ਕਿਉਂਕਿ ਟੋਟਲ ਵੋਟ ਬੈਂਕ ਦੀ ਪੋਲਿਟਿਕਸ ਹੈ। 24 ਆ ਰਿਹਾ ਹੈ ਤੇ ਬੀਜੇਪੀ ਦਾ ਵੀ ਪੂਰਾ ਧਿਆਨ ਉਸ ਪਾਸੇ ਹੈ ਕਿ ਕਿਸੇ ਤਰ੍ਹਾਂ ਇਹ ਜਿਹੜਾ ਵੋਟ ਬੈਂਕ ਹੈਗਾ, ਡੇਰਾ ਨਾਲ ਸੰਬੰਧਿਤ ਜਿਹੜਾ ਵੋਟ ਬੈਂਕ ਹੈ, ਇਹ ਜਿਹਨੂੰ ਆਪਾਂ ਕਹਿੰਦੇ ਨਾ ਇੱਕ ਮੁਸ਼ਤ ਹੋ ਕੇ ਭਾਜਪਾ ਨੂੰ ਪੈ ਜੇ, ਇਸ ਦੀਆਂ ਮਤਲਬ ਤਿਆਰੀਆਂ ਵਾਸਤੇ ਹਜੇ ਹੀ ਉਹਨਾਂ ਨੂੰ ਬਾਰ-ਬਾਰ ਪੈਰੋਲ ਤੇ ਛੱਡੀ ਜਾ ਰਿਹਾ ਹੈ। ਤੇ ਮੈਨੂੰ ਲੱਗਦਾ ਕਿ ਐਸਜੀਪੀਸੀ ਨੇ ਇੱਕ ਪੁਆਇੰਟ ਤਾਂ ਆਪਣਾ ਰੱਖਤਾ ਹੈ, ਇਹ ਸਰਕਾਰਾਂ ਨੂੰ ਜਵਾਬ ਦੇਣਾ ਤਾਂ ਮੁਸ਼ਕਿਲ ਹੋਏਗਾ ਇਹਦੇ ਵਿੱਚ। ਇਹ ਵੀ ਸਵਾਲ ਹੈ ਕਿ ਕੀ ਇੱਕ ਮੁਸ਼ਤ ਵੋਟ ਪੈਂਦੀ ਹੈ, ਕਿਉਂਕਿ ਪਿੱਛੇ ਜਿਨ੍ਹਾਂ ਨੇ ਵੀ ਇਹਨਾਂ ਤੋਂ ਮਦਦ ਲਈ ਪੰਜਾਬ 'ਚ, ਉਹਨਾਂ ਦੇ ਮੁੱਦਾ ਭਾਂਡਾ ਹੀ ਵੱਜਿਆ, ਬਾਜੀ ਪੁੱਠੀ ਪਈ। ਸੁਖਬੀਰ ਸਿੰਘ ਬਾਦਲ 2 ਵਾਰੀ ਮੇਰੇ ਖਿਆਲ ਇਸ ਤਰ੍ਹਾਂ ਦੀ ਮਦਦ ਲੈ ਕੇ ਹੁਣ ਸੋਚਦੇ ਹੋਣੇ ਆ ਵੀ ਇਹ ਹਰ ਵਾਰੀ ਤੀਰ ਤੁੱਕਾ ਤੀਰ ਨਹੀਂ ਬਣਦਾ ਹੈ। ਇਹ ਸਵਾਲ ਨੂੰ ਬਿਲਕੁਲ ਅੱਗੇ ਜਾ ਕੇ ਫਿਰ 24 'ਚ ਦੇਖਣ ਦੀ ਲੋੜ ਹੋਊਗੀ ਕਿ ਬੀਜੇਪੀ ਕਿੰਨਵੇਂ ਨੰਬਰ ਤੇ ਆਉਂਦੀ ਹੈ, ਦੂਜੇ ਤੇ ਆਉਂਦੀ ਹੈ, ਪਹਿਲੇ 'ਚ ਆਉਂਦੀ ਹੈ। 24 ਬੜਾ ਅਹਿਮ ਆ, ਕਿਉਂਕਿ ਇਹਦੇ ਵਿੱਚ ਸ਼ਹਿਰੀ ਵੋਟਾਂ ਦਾ ਵੀ ਬੜਾ ਰੋਲ ਹੈ ਤੇ ਵੋਟਾਂ ਦਾ ਧਰੁਵੀਕਰਨ ਬੜਾ ਅਹਿਮ ਹੁੰਦਾ ਹੈ। ਪਰ ਜੇ ਕਿਸੇ ਦੀ ਪੰਥਕ ਵੋਟ ਖੁਰ ਕੇ ਉਹਨੂੰ ਦੂਜੀ ਮਿਲੇ, ਉਹਦੇ ਲਈ ਤਾਂ ਖੋਰਾ ਹੀ ਆ ਨਾ। ਚਲੋ ਖੈਰ ਅੱਗੇ ਵਧੀਏ, ਖਤਮ ਕਰੀਏ ਹੁਣ ਅੱਜ ਲਈ। ਪਰ ਸ਼੍ਰੋਮਣੀ ਕਮੇਟੀ ਇੱਕ ਵਾਰੀ ਫਿਰ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਉਹਦੇ ਸੰਬੰਧੀ ਜਿਹੜਾ ਸੁਪਰੀਮ ਕੋਰਟ 'ਚੋਂ ਫੈਸਲਾ ਆਇਆ, ਉਹਨੂੰ ਫਿਰ ਚੈਲੰਜ ਕਰਨ ਦੀ ਤਿਆਰੀ 'ਚ ਦੱਸੀ ਜਾਂਦੀ ਹੈ। ਇੱਕ ਵਾਰੀ ਫਿਰ ਉਹ ਚਾਰਾਜੋਈ ਕਰਨ ਦੇ ਆਰ 'ਚ ਨੇ ਕਿ ਅਸੀਂ ਇਸ ਮਾਮਲੇ ਨੂੰ ਐਡਰੈਸ ਕਰ ਸਕੀਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।